ਸਾਡੇ ਫਾਈਨੈਂਸ ਮਿਨਿਸਟਰ ਆਪਣੇ ਪੂਰੇ ਅਮਲੇ ਫੈਲੇ ਦੇ ਨਾਲ ਪੂਰੇ ਫਾਈਨੈਂਸ ਡਿਪਾਰਟਮੈਂਟ ਦੇ ਨਾਲ ਲੋਕਾਂ ਦੀ ਕਚਹਿਰੀ ਦੇ ਵਿੱਚ ਗਏ, ਵੱਖ-ਵੱਖ ਵਰਗਾਂ ਕੋਲੇ ਗਏ, ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ, ਉਹਨਾਂ ਦੇ ਮਸਲੇ ਸੁਣੇ ਸਮਝੇ ਤੇ ਉਹਨਾਂ ਦੀਆਂ ਕੀ ਜ਼ਰੂਰਤਾਂ ਨੇ, ਕਿਉਂਕਿ ਜਿਸ ਦੇ ਉੱਪਰ ਪੈਸਾ ਖਰਚਣਾ ਹੁੰਦਾ ਹੈ, ਜਿੱਥੋਂ ਪੈਸਾ ਆਉਣਾ ਹੁੰਦਾ ਹੈ, ਸਭ ਤੋਂ ਵਧੀਆ ਉਪਰਾਲੇ ਨੇ ਜਿਹੜੇ ਉਹ ਉਹੀ ਲੋਕ ਦੱਸ ਸਕਦੇ ਹੁੰਦੇ ਨੇ ਜਿਸ ਦੇ वातावरण पेड़ भी बचते हैं और खर्चा भी सरकार का बचा। जो आप बजट की गल करते हैं, मैं समझदा कि जिहो जे हालात पिछले समय दियां सरकारां, चाहे पहला 10 साल अकाली दल की सरकार रही बीजेपी की और फिर कांग्रेस पार्टी की 5 साल, जिहो जे हालात वो पंजाब के खजाने दे करके गए ने, जिहो जे वित्तीय हालात छड्ड के गए ने, ਉਹਦੇ ਵਿੱਚ बहुत चैलेंजिंग टास्क सीगा। पर जिस तरीके दे नाल हरपाल चीमा जी ने मान साहब की अगुवाई दे विच यह बजट बनाया, तैयार किया, वो काबिले तारीफ है। और मैं तुहानूं थोड़ा बैकग्राउंड दे विच लैके जाना चाहूँगा कि पंजाब 1985-86 दे विच रेवन्यू सरप्लस स्टेट सीगा और अज पंजाब दे सिर 2,85,000 करोड़ रुपए का, जिस दे विच 2,63,000 करोड़ रुपए का कर्जा और 22,000 करोड़ रुपए की जिहड़ी गारंटीज ਦਿੱਤੀਆਂ ਹੋਈਆਂ ਨੇ ਬੋਰਡਸ ਔਰ ਕਾਰਪੋਰੇਸ਼ਨ ਨੂੰ, ਉਹ ਪੰਜਾਬ ਦੇ ਸਿਰ ਕਰਜ਼ਾ ਹੈ, ਜਿਹੜਾ ਕਿ ਜੀਐਸਡੀਪੀ ਦਾ ਤਕਰੀਬਨ 46% ਜੀਐਸਡੀਪੀ ਮਤਲਬ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ ਵੀ ਜਿੰਨੀ ਟੋਟਲ ਕੁੱਲ ਉਤਪਾਦ ਹੁੰਦਾ ਸਟੇਟ ਦੇ ਵਿੱਚ ਉਹਦਾ ਤਕਰੀਬਨ 46% ਬਣ ਜਾਂਦਾ ਹੈ। ਤੇ ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਕਿ ਪਿਛਲੇ ਸਰਕਾਰਾਂ ਦੀਆਂ ਨਲਾਇਕੀਆਂ ਔਰ ਮਾੜੀਆਂ ਨੀਤੀਆਂ ਦੀਆਂ ਵਜ੍ਹਾ ਕਰਕੇ ਇਹ ਕਰਜ਼ਾ ਜਿਹੜਾ ਕਰਜ਼ੇ ਦੀ ਪੰਡ ਹੈ ਜਿਹੜੀ ਉਹ ਮੁਲਕ ਦੇ ਵਿੱਚ ਸਭ ਤੋਂ ਭਾਰੀ ਹੈ, जिस दी वजह करके पर कैपिटा इनकम यानी कि प्रति व्यक्ति आमदन है ਜਿਹੜੀ ਕਿ 2000 ਦੇ ਵਿੱਚ ਪੰਜਾਬ जिस ਦੇ ਵਿੱਚ ਪਹਿਲੇ ਨੰਬਰ ਤੇ ਹੋਇਆ ਕਰਦਾ ਸੀਗਾ ਆਮਦਨ ਦੇ ਵਿੱਚ, ਅੱਜ ਉੱਥੋਂ ਦਾ ਸਲੋਟ ਖਿਸਕ ਕੇ ਅੱਜ ਪੰਜਾਬ ਹੈ ਜਿਹੜਾ ਉਹ 11ਵੇਂ ਨੰਬਰ ਦੇ ਉੱਪਰ ਪਹੁੰਚ ਚੁੱਕਿਆ। ਤੇ ਜਿਹੜੀਆਂ ਸਾਡੀਆਂ ਨੇਬਰਿੰਗ ਸਟੇਟ ਜਿਹੜੇ ਪੰਜਾਬ ਦੇ ਵਿੱਚੋਂ ਨਿਕਲੇ ਨੇ, ਹਰਿਆਣਾ ਔਰ ਹਿਮਾਚਲ ਵਗੈਰਾ, ਉਹ ਵੀ ਸਾਡੇ ਤੋਂ ਕਿਤੇ ਅੱਗੇ ਨੇ, ਜਿਹੜੇ ਉਹ ਨਿਕਲ ਚੁੱਕੇ। ਇਹੋ ਜਿਹੀ ਮਾੜੇ ਵਿੱਤੀ ਹਾਲਾਤਾਂ ਦੇ ਬਾਵਜੂਦ ਵੀ पर मैं समझदा कि बेमिसाल काम है जिहड़ा वो मान साहब की सरकार ने और फाइनेंस मिनिस्टर हरपाल चीमा जी ने किया, जिस दे तहत जे मैं अज गल करा कि मेजर एलोकेशंस ने जिहड़ियां ओह साडे इलैक्शंस तो पहला पार्टी ने, अरविंद केजरीवाल जी ने, साडे सुप्रीमो ने, भगवंत मान जी ने कई वादे कीते सीगे, गारंटियां दित्तियां सीगियां, जिन्हां नूं इन बिन इन्हां दे विच लागू कीता गया और प्रोविजन ने जिहड़ियां ओह कीतियां गईयां ने। और खास तौर के उपर साडा जिहड़ा कोर सैक्टर जिस दे विच हैल्थ एजुकेशन दे उपर साडी प्राइमरीली साडा बहुत फोकस रहा है। और इहदे विच मैं तुहानूं कुछ एलोकेशंस ने जिहड़ियां ओह दसणियां चाहूँगा कंपेयर टू द प्रीवियस लास्ट ईयर, जो लास्ट ईयर जिहड़ा कि कांग्रेस पार्टी दा चोण दा ईयर सीगा, चोण क्योंकि इलैक्शन सीगी पिछले साल, ते उन्हां समयां दे विच भी कांग्रेस पार्टी ਦੀ ਸਰਕਾਰ ਉਹ ਪ੍ਰਾਪਤ ਨਹੀਂ ਕਰ ਸਕੀ ਹੈਗੀ ਆਪਦੇ ਇਲੈਕਸ਼ਨ ਈਅਰ ਦੇ ਵਿੱਚ, ਜੋ ਸਾਡੀ ਸਰਕਾਰ ਨੇ ਪਹਿਲੇ ਸਾਲ ਪ੍ਰੋਵੀਜ਼ਨਸ ਕੀਤੀਆਂ ਨੇ, ਕਿਉਂਕਿ ਇੱਕ ਇਮਾਨਦਾਰੀ ਦੇ ਨਾਲ ਚੱਲਣ ਵਾਲੀ ਸਰਕਾਰ ਹੈ ਇਹ। ਜੇ ਮੈਂ ਗੱਲ ਕਰਾਂ ਐਜੂਕੇਸ਼ਨ ਦੀ, ਸਕੂਲ ਔਰ ਹਾਇਰ ਐਜੂਕੇਸ਼ਨ ਦੇ ਵਿੱਚ ਪਿਛਲੇ ਸਾਲ 13,596 ਕਰੋੜ ਦੀ ਐਲੋਕੇਸ਼ਨ ਸੀਗੀ, ਜਿਹੜੀ ਕਿ ਇਸ ਸਾਲ 15,758 ਯਾਨੀ ਕਿ 16% ਦਾ ਇਜ਼ਾਫਾ ਹੈ ਜਿਹੜਾ ਉਹ ਇਸ ਸਾਲ ਸਿਰਫ ਔਰ ਸਿਰਫ ਐਜੂਕੇਸ਼ਨ, ਸਕੂਲ ਔਰ ਹਾਇਰ ਐਜੂਕੇਸ਼ਨ ਦੇ ਵਿੱਚ ਕੀਤਾ ਗਿਆ। ਇਸੇ ਤਰੀਕੇ ਨਾਲ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਵਿੱਚ ਪਿਛਲੇ ਸਾਲ ਇਹ 3822 ਸੀ, ਇਸ ਵਾਰੀ 4731 ਕਰੋੜ ਦੀ ਪ੍ਰੋਵੀਜ਼ਨ ਕੀਤੀ ਗਈ, 24% ਇਹਦੇ ਵਿੱਚ ਇਜ਼ਾਫਾ ਕੀਤਾ ਗਿਆ, ਜਿਸ ਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਹੀ 15 ਅਗਸਤ ਨੂੰ 75 ਜਿਹੜੇ ਮੁਹੱਲਾ ਕਲੀਨਿਕ ਨੇ ਉਹ ਬਣਾਏ ਜਾ ਰਹੇ ਨੇ। 2 स्टेट ऑफ द आर्ट कॉलेज ਜਿਹੜੇ हॉस्पिटल्स ने ਉਹ ਪੰਜਾਬ ਦੇ ਵਿੱਚ ਬਣਾਏ ਜਾ ਰਹੇ ਨੇ, ਤੇ ਅਗਲੇ 3 ਸਾਲਾਂ ਦੇ ਵਿੱਚ 3 ਹੋਰ ਬਣਾਏ ਜਾਣਗੇ। ਔਰ ਜਿਹੜੇ 16 ਨਵੇਂ ਮੈਡੀਕਲ ਕਾਲਜ ਨੇ ਜਿਹੜੇ ਉਹ ਪ੍ਰਪੋਜ਼ ਕੀਤੇ ਗਏ ਨੇ। ਸੋਸ਼ਲ ਵੈਲਫੇਅਰ ਐਂਡ ਜਸਟਿਸ ਦੇ ਵਿੱਚ 13% ਦਾ ਵਾਧਾ ਕਰਦੇ ਹੋਏ 6562 ਤੋਂ 7437 ਕਰੋੜ ਰੁਪਏ ਦਾ। ਇੰਡਸਟਰੀਜ਼ ਐਂਡ ਕਾਮਰਸ ਦੇ ਵਿੱਚ
2136 ਕਰੋੜ ਤੋਂ ਵਧਾ ਕੇ 3163 ਕਰੋੜ, ਯਾਨੀ ਕਿ ਵੌਪਿੰਗ 48% ਦਾ ਵਾਧਾ ਜਿਹੜਾ ਉਹ ਕੀਤਾ ਗਿਆ। ਔਰ ਇਹਦੇ ਨਾਲ ਹੀ ਇੱਕ ਕਮਿਸ਼ਨ ਐਸਟੈਬਲਿਸ਼ ਕੀਤਾ ਜਾਏਗਾ, ਜਿਹੜਾ ਕਮਿਸ਼ਨ ਦੇ ਵਿੱਚ ਮੈਂਬਰਸ ਇੰਡਸਟਰੀਸਟ ਔਰ ਵਪਾਰੀ ਹੋਣਗੇ ਤੇ ਉਹ ਆਪਣੇ ਫੈਸਲੇ ਔਰ ਮਸਲੇ ਖੁਦ ਹੱਲ ਕਰਨਗੇ। ਫੂਡ ਐਂਡ ਸਪਲਾਈਜ਼ ਐਂਡ ਕੰਜ਼ਿਊਮਰ ਅਫੇਅਰਸ ਦੇ ਵਿੱਚ 941 ਕਰੋੜ ਰੁਪਏ ਪਿਛਲੇ ਸਾਲ ਤੋਂ ਵਧਾ ਕੇ 1423 ਕਰੋੜ, ਯਾਨੀ ਕਿ 58% ਦਾ ਵਾਧਾ, ਜਿਹੜਾ ਕਿ ਇੱਕ ਸਾਡੀ ਕਮਿਟਮੈਂਟ ਸੀ ਕਿ ਘਰ ਘਰ ਅਸੀਂ ਆਟਾ ਜਿਹੜਾ ਉਹ ਪਹੁੰਚਾਵਾਂਗੇ। ਇਹਦੇ ਵਿੱਚ ਪ੍ਰੋਵੀਜ਼ਨ ਹੋਏਗੀ ਲੋਕਾਂ ਨੂੰ ਕਿ ਲੋਕਾਂ ਨੇ ਆਟਾ ਚੂਜ਼ ਕਰਨਾ ਜਾਂ ਕਣਕ ਚੂਜ਼ ਕਰਨੀ ਹੈ, ਉਹਨਾਂ ਦੀ ਮਰਜ਼ੀ ਹੋਏਗੀ। ਐਮਪਲੋਇਮੈਂਟ ਜਨਰੇਸ਼ਨ ਦੇ ਵਿੱਚ ਇਸੇ ਤਰੀਕੇ ਨਾਲ 129 ਕਰੋੜ ਤੋਂ ਵਧਾ ਕੇ 170 ਕਰੋੜ 32% ਦਾ ਇਜ਼ਾਫਾ। ਸਪੋਰਟਸ ਐਂਡ ਯੂਥ ਸਰਵਿਸਿਜ਼ ਦੇ ਵਿੱਚ 52% ਦਾ ਇਜ਼ਾਫਾ ਕੀਤਾ ਗਿਆ 147 ਕਰੋੜ ਤੋਂ ਵਧਾ ਕੇ 223 ਕਰੋੜ ਦੇ ਨਾਲ। ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦੇ ਵਿੱਚ 660 ਕਰੋੜ ਤੋਂ ਵਧਾ ਕੇ 1033, ਯਾਨੀ ਕਿ 57% ਦਾ, ਕਿਉਂਕਿ ਹੈਲਥ ਔਰ ਮੈਡੀਕਲ ਐਜੂਕੇਸ਼ਨ, ਹੈਲਥ ਔਰ ਐਜੂਕੇਸ਼ਨ ਜੋ ਹੈ ਇਹ ਸਾਡੇ ਪਾਰਟੀ ਦਾ ਮੁੱਖ ਏਜੰਡਾ ਹੈ, ਕਿਉਂਕਿ ਐਜੂਕੇਸ਼ਨ ਦੇ ਨਾਲ ਹੀ ਦੇਸ਼ ਨੂੰ ਔਰ ਸਮਾਜ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਇਸੇ ਤਰੀਕੇ ਦੇ ਨਾਲ ਟੈਕਨੀਕਲ ਐਜੂਕੇਸ਼ਨ ਦੇ ਵਿੱਚ 434 ਕਰੋੜ ਤੋਂ ਵਧਾ ਕੇ 641 ਕਰੋੜ, ਯਾਨੀ ਕਿ 48% ਦਾ ਇਜ਼ਾਫਾ ਜਿਹੜਾ ਉਹ ਇਸ ਸਾਲ ਦੇ ਵਿੱਚ ਕੀਤਾ ਗਿਆ ਹੈ। ਲਾਅ ਐਂਡ ਆਰਡਰ ਦੇ ਉੱਪਰ 8728 ਕਰੋੜ ਤੋਂ ਵਧਾ ਕੇ 9449, ਯਾਨੀ ਕਿ 8% ਦਾ ਇਜ਼ਾਫਾ ਕੀਤਾ ਗਿਆ। ਐਗਰੀਕਲਚਰ ਦੇ ਵਿੱਚ 3% ਦਾ ਇਜ਼ਾਫਾ ਕੀਤਾ ਗਿਆ 11233 ਕਰੋੜ ਤੋਂ ਵਧਾ ਕੇ 11559 ਕਰੋੜ। ਔਰ ਇਸ ਤੋਂ ਇਲਾਵਾ ਜਿਹੜੇ ਡੀਐਸਆਰ ਔਰ ਯਾਨੀ ਕਿ ਡਾਇਰੈਕਟ ਸੀਡਿੰਗ ਆਫ ਰਾਈਸ, ਸਿੱਧੀ ਬਿਜਾਈ ਔਰ ਮੂੰਗ ਦੀ ਪ੍ਰੋਕਿਉਰਮੈਂਟ ਵਾਸਤੇ 516 ਕਰੋੜ ਰੁਪਏ ਦੀ ਐਡੀਸ਼ਨਲ ਪ੍ਰੋਵੀਜ਼ਨਿੰਗ ਕੀਤੀ ਗਈ ਹੈ। ਇਸੇ ਤਰੀਕੇ ਨਾਲ ਇਨਫਰਾਸਟ੍ਰਕਚਰ ਕੈਪੀਟਲ ਐਕਸਪੈਂਡੀਚਰ ਦੇ ਉੱਪਰ ਤਕਰੀਬਨ 10,600 ਕਰੋੜ ਰੁਪਏ ਜਿਹੜਾ ਉਹ ਖਰਚ ਕੀਤਾ ਜਾਏਗਾ। ਔਰ ਲੋਕਲ ਗਵਰਨਮੈਂਟ ਦੇ ਉੱਪਰ 5237 ਕਰੋੜ ਤੋਂ ਵਧਾ ਕੇ 6336 ਕਰੋੜ, ਯਾਨੀ ਕਿ 21% ਦਾ ਇਜ਼ਾਫਾ ਜਿਹੜਾ ਇਹ ਕੀਤਾ ਗਿਆ ਹੈ। ਇਹ ਮੈਂ ਤੁਹਾਨੂੰ ਫਿਗਰਸ ਇਸ ਕਰਕੇ ਦੱਸ ਰਿਹਾ ਕਿਉਂਕਿ ਇਹ ਉਹ ਕੀ ਸੈਕਟਰਸ ਨੇ ਜਿਹੜੇ ਕਿ ਹਰੇਕ ਪੱਖੋਂ ਹਰੇਕ ਆਮ ਵਿਅਕਤੀ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਨੇ। ਔਰ ਇਹ ਉਹਨਾਂ ਹਾਲਾਤਾਂ ਦੇ ਵਿੱਚ ਇਹ ਇਜ਼ਾਫੇ ਕੀਤੇ ਗਏ ਨੇ, ਜਦਕਿ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਕਰਜ਼ੇ ਦੀ ਪੰਡ ਹੈ ਜਿਹੜੀ ਉਹ ਬੇਤਹਾਸ਼ਾ ਵਧੀ ਹੋਈ ਹੈ। ਮੈਕਸਿਮਮ ਜਿਹੜਾ ਰੈਵਨਿਊ ਹੈ, ਜਿੰਨਾ ਪੈਸਾ ਜਨਰੇਟ ਹੁੰਦਾ ਹੈ, ਉਹ ਕਮਿਟਡ ਲਾਇਬਿਲਿਟੀਜ਼ ਦੇ ਵਿੱਚ ਤਨਖਾਹਾਂ, ਪੈਨਸ਼ਨਾਂ ਔਰ ਜਿਹੜੀ ਕਰਜ਼ੇ ਦੀ ਪੰਡ ਹੈ ਉਹਦੀ ਵਿਆਜ ਦੇ ਵਿੱਚ ਨਿਕਲ ਜਾਂਦਾ ਹੈ। ਤਕਰੀਬਨ 66000 ਕਰੋੜ ਰੁਪਇਆ ਸਿਰਫ ਔਰ ਸਿਰਫ ਉਸੇ ਦੇ ਵਿੱਚ ਚਲਾ ਜਾਂਦਾ ਹੈ। ਸੋ ਮੇਰੇ ਕਹਿਣ ਦਾ ਮਤਲਬ, ਅੱਜ ਤੁਹਾਡੇ ਰੂਬਰੂ ਹੋਣ ਦਾ ਮਤਲਬ ਔਰ ਮਕਸਦ, ਔਰ ਇਸ ਤੋਂ ਇਲਾਵਾ ਜਿਹੜੇ ਜੌਬ ਜਨਰੇਸ਼ਨ ਦਾ, ਜਿਹਦੇ ਬਾਰੇ ਵਿਰੋਧੀ ਮੈਂ ਸਮਝਦਾ ਕਿ ਜਿੰਨਾ 5 ਸਾਲਾਂ ਦੇ ਵਿੱਚ ਪਰਫਾਰਮ ਨਹੀਂ ਕਰ ਸਕੇ ਹੈਗੇ, ਉਹ ਆਮ ਆਦਮੀ ਪਾਰਟੀ ਨੇ ਪਹਿਲੇ 3 ਮਹੀਨਿਆਂ ਦੇ ਵਿੱਚ 100 ਦਿਨਾਂ ਦੇ ਵਿੱਚ ਹੀ ਉਹ ਅਚੀਵ ਕਰ ਲਿਆ, ਕਿ ਜਿਸ ਦੇ ਤਹਿਤ ਨਵੀਆਂ ਭਰਤੀਆਂ 26,454 ਭਰਤੀਆਂ ਦੇ ਲਈ 714 ਕਰੋੜ ਰੁਪਏ ਦੀ ਇਸ ਬਜਟ ਦੇ ਵਿੱਚ ਪ੍ਰੋਵੀਜ਼ਨ ਕੀਤੀ ਗਈ ਹੈ। ਔਰ ਇਸ ਦੇ ਨਾਲ ਹੀ ਜਿਹੜੀ ਰੈਗੂਲਰਾਈਜੇਸ਼ਨ ਹੋਣੀ ਹੈ 36000 ਮੁਲਾਜ਼ਮਾਂ ਦੀ, ਉਹਦੇ ਲਈ 540 ਕਰੋੜ ਦੀ ਪ੍ਰੋਵੀਜ਼ਨ, ਯਾਨੀ ਕਿ ਸਿਰਫ ਔਰ ਸਿਰਫ ਇਸ ਇੱਕ ਸਾਲ ਦੇ ਵਿੱਚ ਨਵਿਆਂ ਨੌਜਵਾਨਾਂ ਦੀ 26000 ਨੌਜਵਾਨਾਂ ਦੀ ਭਰਤੀ ਦੇ ਲਈ, ਔਰ ਜਿਹੜੇ ਪੁਰਾਣੇ ਕੰਟਰੈਕਚੁਅਲ ਵਗੈਰਾ ਚੱਲ ਰਹੇ ਉਹਨਾਂ ਦੀ ਰੈਗੂਲਰਾਈਜੇਸ਼ਨ ਦੇ ਲਈ 1254 ਕਰੋੜ ਰੁਪਏ ਦੀ ਪ੍ਰੋਵੀਜ਼ਨਿੰਗ ਹੈ ਜਿਹੜੀ ਉਹ ਕੀਤੀ ਗਈ ਹੈ। ਇਸੇ ਤਰੀਕੇ ਦੇ ਨਾਲ ਪਾਵਰ ਦੇ ਵਿੱਚ 300 ਯੂਨਿਟ ਬਿਜਲੀ ਹੈ ਜਿਹੜੀ ਉਹ 1 ਜੁਲਾਈ ਤੋਂ ਸ਼ੁਰੂ ਹੋ ਜਾਣੀ ਹੈ, ਜਿਸ ਦੇ ਨਾਲ 80% ਪੰਜਾਬ ਦੇ ਘਰਾਂ ਦਾ, ਹਾਊਸ ਹੋਲਡਸ ਨੂੰ ਸਿੱਧਾ ਬੈਨੀਫਿਟ ਹੋਣ ਜਾ ਰਿਹਾ ਹੈ। ਔਰ ਇਹ ਸਾਰਾ ਕੁਝ ਬੇਸਿਕਲੀ ਫਿਸਕਲ ਪ੍ਰੂਡੈਂਸ ਦੇ ਨਾਲ ਕੀਤਾ ਜਾ ਰਿਹਾ ਹੈ। ਫਿਸਕਲ ਪ੍ਰੂਡੈਂਸ ਦੇ ਤੁਹਾਨੂੰ ਇੱਕ ਦੋ ਐਗਜ਼ਾਮਪਲਸ ਦਈਏ ਕਿ ਜਿਸ ਤਰੀਕੇ ਦੇ ਨਾਲ ਐਮਐਲਏਜ਼, ਐਕਸ ਐਮਐਲਏਜ਼ ਨੂੰ ਪੈਨਸ਼ਨ ਦੀ ਇੱਕ ਬਹੁਤ ਵੱਡੀ ਵਾਈਟ ਕਾਲਰਡ ਰੌਬਰੀ ਜਿਹੜੀ ਹੋ ਰਹੀ ਸੀਗੀ, ਚਿੱਟ ਕਪੜੀਆ ਡਾਕੇ ਜਿਹੜੇ ਪੰਜਾਬ ਦੇ ਲੋਕਾਂ ਦੇ ਉੱਪਰ, ਉਹਨਾਂ ਦੀ ਜੇਬਾਂ ਦੇ ਉੱਪਰ ਪੈ ਰਹੇ ਸੀਗੇ, ਜਿਸ ਦੇ ਤਹਿਤ 2016 ਅਕਤੂਬਰ ਦੇ ਵਿੱਚ ਉਸ ਸਮੇਂ ਦੀ ਸਰਕਾਰ ਅਕਾਲੀ ਦਲ ਔਰ ਆਪੋਜੀਸ਼ਨ ਕਾਂਗਰਸ ਨੇ ਇੱਕ ਫੈਸਲਾ ਕਰ ਲਿਆ ਰਲ ਮਿਲ ਕੇ ਕਿ ਕਿਉਂਕਿ ਹੁਣ ਆਮ ਆਦਮੀ ਪਾਰਟੀ ਦੀ 2017 ਦੇ ਵਿੱਚ ਹਨੇਰੀ ਚੱਲਦੀ ਔਰ ਸਾਰਿਆਂ ਦੇ ਸਾਬਕਾ ਹੋ ਜਾਣਾ ਹੈ, ਮਲਟੀਪਲ ਪੈਨਸ਼ਨ ਦਾ ਕਾਨੂੰਨ ਪਾਸ ਕਰ ਲਿਆ, ਜਿਸ ਦੀ ਵਜ੍ਹਾ ਕਰਕੇ ਜਿੰਨੀਆਂ ਟਰਮਸ ਐਮਐਲਏ ਰਹੂਗਾ ਕੋਈ ਵਿਅਕਤੀ ਔਰ ਫਿਰ ਐਕਸ ਹੋਊਗਾ, ਉਹਨੂੰ ਉਨੀਆਂ ਪੈਨਸ਼ਨ ਜਿਹੜੀਆਂ ਉਹ ਮਿਲਣਗੀਆਂ। ਪਿਛਲੇ ਤਕਰੀਬਨ 5.25 ਸਾਲਾਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕਾਂਗਰਸ ਦੇ ਔਰ ਅਕਾਲੀ ਦਲ ਦੇ ਸੀਨੀਅਰ ਲੀਡਰਸ ਹੈਗੇ ਜਿਹੜੇ ਕਿ 6-6, 7-7, 5-5 ਪੈਨਸ਼ਨ ਜਿਹੜੀਆਂ ਲੈ ਚੁੱਕੇ ਨੇ। ਔਰ ਇਸ ਇੱਕ ਫੈਸਲੇ ਦੇ ਨਾਲ ਜੋ ਆਮ ਆਦਮੀ ਪਾਰਟੀ ਦੀ ਮਾਨ ਸਾਹਿਬ ਦੀ ਸਰਕਾਰ ਨੇ ਕੀਤਾ,
ਰੈਵਨਿਊ ਇੰਨਾ ਕੁ ਬਚੇਗਾ ਕਿ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹ ਹੁਣ 5 ਵਾਰ ਦੇ ਮੁੱਖ ਮੰਤਰੀ ਔਰ 11 ਵਾਰ ਐਮਐਲਏ ਰਹਿ ਚੁੱਕੇ ਨੇ, ਸਾਬਕਾ ਹੋ ਚੁੱਕੇ ਨੇ ਕਿਉਂਕਿ ਇਲੈਕਸ਼ਨ ਹਾਰ ਗਏ ਸੀਗੇ। ਜੇ ਅਸੀਂ ਇਹ ਕਾਨੂੰਨ ਨਾ ਬਣਾਉਂਦੇ ਤੇ 11 ਪੈਨਸ਼ਨ ਦੇ ਜਿਹੜੀਆਂ ਉਹਨਾਂ ਨੂੰ ਮਿਲਦੀਆਂ ਸੀਗੀਆਂ। ਔਰ ਇਹ ਸਾਰੇ ਦਾ ਸਾਰਾ ਜਿਹੜਾ ਫਿਸਕਲ ਪ੍ਰੂਡੈਂਸ ਮੀਨਸ ਵੀ ਜੇ ਤੁਸੀਂ ਕਿਵੇਂ ਪੈਸੇ ਨੂੰ ਬਚਾਉਣੇ ਔਰ ਕਿਵੇਂ ਪੈਸਾ ਜਿਹੜਾ ਵਿਅਰਥ ਜਾ ਰਿਹਾ ਹੈ, ਜਿਹੜਾ ਵੇਸਟ ਹੋ ਰਿਹਾ ਹੈ, ਉਹਨੂੰ ਕਿਵੇਂ ਬਚਾਇਆ ਜਾਂਦਾ ਹੈ, ਉਹਦੀਆਂ ਇੱਕ ਦੋ ਐਗਜ਼ਾਮਪਲਸ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਸ ਤਰੀਕੇ ਦੇ ਨਾਲ GST ਦੇ ਵਿੱਚ ਮੇਜਰ ਇੰਪਰੂਵਮੈਂਟ ਹੈ ਜਿਹੜੀ ਉਹ ਹੋਣ ਜਾ ਰਹੀ ਹੈ, ਜਿਸ ਦੇ ਤਹਿਤ ਤਕਰੀਬਨ 54% ਦੇ ਕਰੀਬ ਜਿਹੜਾ GST ਦਾ 20,550 ਕਰੋੜ ਅਸੀਂ ਟਾਰਗੇਟ ਕਰ ਰਹੇ ਹਾਂ, ਜਿਹੜਾ ਕਿ ਪਹਿਲਾਂ ਪਿਛਲੇ ਸਾਲ 16,200 ਕਰੋੜ ਸੀਗਾ, ਜਿਹੜਾ ਕਿ ਤਕਰੀਬਨ 27% ਦਾ ਇਜ਼ਾਫਾ ਹੈ। ਇਸੇ ਤਰੀਕੇ ਨਾਲ ਐਕਸਾਈਜ਼ ਦੇ ਸ਼ਰਾਬ ਦੇ ਵਿੱਚ 6200 ਕਰੋੜ ਤੋਂ 9600 ਕਰੋੜ ਯਾਨੀ ਕਿ ਤਕਰੀਬਨ 54-55% ਦੀ ਐਡੀਸ਼ਨ ਹੈ ਜਿਹੜੀ ਉਹ ਹੋਣ ਜਾ ਰਹੀ ਹੈ। ਔਰ ਇਹਨਾਂ ਦੋ ਚੀਜ਼ਾਂ ਦੇ ਵਿੱਚ ਮੈਂ ਸਮਝਦਾ ਕਿ ਤਕਰੀਬਨ 78,000 ਤੋਂ 8,000 ਕਰੋੜ ਜਿਹੜਾ ਉਹ ਸਟੇਟ ਗਵਰਨਮੈਂਟ ਬਚਾਉਣ ਜਾ ਰਹੀ ਹੈ, ਜਿਸ ਦੇ ਨਾਲ ਜਿਹੜਾ ਰੈਵਨਿਊ ਟੋਟਲ ਰੈਵਨਿਊ ਸੀਟ 81,000 ਕਰੋੜ ਤੋਂ ਵੱਧ ਕੇ 95,500 ਕਰੋੜ ਹੈ ਜਿਹੜਾ ਉਹ ਹੋਣ ਜਾ ਰਿਹਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ, ਇਹ ਕਿਉਂਕਿ ਕਈ ਵਾਰੀ ਮੀਡੀਆ ਔਰ ਆਮ ਲੋਕ ਨੇ ਜਿਹੜੇ ਲੇਮੈਨ ਨੇ ਉਹ ਬਜਟ ਦੀਆਂ ਪ੍ਰੋਵੀਜ਼ਨਸ ਜਦੋਂ ਹੋ ਰਹੀਆਂ ਹੁੰਦੀਆਂ ਨੇ, ਸਪੀਚ ਹੋ ਰਹੀ ਹੁੰਦੀ ਹੈ ਫਾਈਨੈਂਸ ਮਿਨਿਸਟਰ ਤੋਂ, ਬੜੀਆਂ ਟੈਕਨੀਕਲ ਟਰਮਸ ਹੁੰਦੀਆਂ ਨੇ, ਉਹਦੇ ਵਿੱਚ ਕਈ ਵਾਰੀ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀ ਹੈਗੀ। ਇਹ ਚੀਜ਼ਾਂ ਮੈਂ ਸਿੰਪਲ ਭਾਸ਼ਾ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਵੱਲੋਂ ਤੁਹਾਡੇ ਰੂਬਰੂ ਪੰਜਾਬ ਦੇ ਰੂਬਰੂ ਕਰ ਰਿਹਾ, ਤਾਂ ਕਿ ਇਹ ਹਰ ਇੱਕ ਵਿਅਕਤੀ ਨੂੰ, ਕਿਉਂਕਿ ਜਿਨ੍ਹਾਂ ਹਜ਼ਾਰਾਂ ਲੋਕਾਂ ਤੋਂ ਹਰਪਾਲ ਚੀਮਾ ਜੀ ਜਾ ਕੇ ਉਹਨਾਂ ਦੇ ਸੁਝਾਅ ਲੈ ਕੇ ਆਏ ਸੀਗੇ, ਉਹਨਾਂ ਤੱਕ ਕਲੀਅਰ ਹੋ ਜਾਏ ਕਿ ਹਰੇਕ ਵਿਅਕਤੀ ਨੂੰ, ਹਰੇਕ ਘਰ ਨੂੰ, ਹਰੇਕ ਵਰਗ ਨੂੰ ਇਸ ਬਜਟ ਦੇ ਵਿੱਚ, ਕਿਉਂਕਿ ਜਨਤਾ ਦਾ ਬਜਟ ਹੈ 70 ਸਾਲਾਂ 'ਚ ਪਹਿਲੀ ਵਾਰੀ ਪੇਸ਼ ਹੋਇਆ, ਹਰੇਕ ਘਰ ਨੂੰ, ਹਰੇਕ ਵਿਅਕਤੀ ਨੂੰ, ਇੰਡੀਵਿਜੂਅਲ ਨੂੰ ਟੱਚ ਕੀਤਾ ਗਿਆ ਤੇ ਉਹਨਾਂ ਨੂੰ ਬੈਨੀਫਿਟ ਹੈ ਜਿਹੜਾ ਉਹ ਇਸ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਔਰ ਬਾਵਜੂਦ ਇਸ ਦੇ ਕਿ ਇਸ ਸਾਰੇ ਦੇ ਸਾਰੇ ਬਜਟ ਦੇ ਵਿੱਚ ਇੱਕ ਨਵਾਂ ਪੈਸੇ ਦਾ ਵੀ, ਸਭ ਤੋਂ ਵੱਡੀ ਗੱਲ ਆ, ਇੱਕ ਨਵੇਂ ਪੈਸੇ ਦਾ ਵੀ ਨਵਾਂ ਟੈਕਸ ਹੈ ਜਿਹੜਾ, ਜਾਂ ਕਿਸੇ ਪੁਰਾਣੇ ਟੈਕਸ ਦੇ ਵਿੱਚ ਵਾਧਾ ਉਹ ਨਹੀਂ ਕੀਤਾ ਗਿਆ ਹੈਗਾ, ਜਿਹੜੀ ਕਿ ਸੱਚਮੁੱਚ ਕਾਬਿਲੇ ਤਾਰੀਫ ਹੈ। ਔਰ ਉਹਨਾਂ ਹਾਲਾਤਾਂ ਦੇ ਵਿੱਚ ਕਿ ਜਦ GST ਕੰਪਨਸੇਸ਼ਨ, GST ਮੁਆਵਜ਼ਾ ਜਿਹੜਾ ਜਦੋਂ 2017 ਦੇ ਵਿੱਚ GST ਰਜੀਮ ਲਾਗੂ ਹੋਇਆ ਸੀਗਾ, ਉਦੋਂ ਸੈਂਟਰਲ ਗਵਰਨਮੈਂਟ ਔਰ GST ਕੌਂਸਲ ਨੇ ਫੈਸਲਾ ਕੀਤਾ ਸੀਗਾ ਕਿ 14% ਕੰਪਨਸੇਸ਼ਨ ਸਟੇਟਾਂ ਨੂੰ ਮਿਲੇਗਾ, ਜਿਹਦੇ ਤਹਿਤ ਤਕਰੀਬਨ 15,000 ਕਰੋੜ ਤੋਂ 20,000 ਕਰੋੜ ਹੈ ਜਿਹੜਾ ਉਹ ਇਸ 5 ਸਾਲਾਂ ਦੇ ਵਿੱਚ ਮਿਲਦਾ ਰਿਹਾ ਹੈ। ਹੁਣ ਉਹ ਕੰਪਨਸੇਸ਼ਨ ਪੀਰੀਅਡ ਹੈ ਜਿਹੜਾ ਉਹ 30 ਜੂਨ ਨੂੰ ਖਤਮ ਹੋਣ ਜਾ ਰਿਹਾ ਹੈ, ਜਿਸ ਦੇ ਤਹਿਤ ਇਸੇ ਸਾਲ 14-15,000 ਕਰੋੜ ਰੁਪਇਆ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਉਹ ਮਾਈਨਸ ਹੋ ਜਾਣਾ ਹੈ। ਔਰ ਆਉਣ ਵਾਲੇ ਸਾਲਾਂ ਦੇ ਵਿੱਚ ਇਹ 20 ਤੋਂ 21,000 ਕਰੋੜ ਰੁਪਏ ਜਿਹੜਾ ਇਹ ਮਾਈਨਸ ਹੋ ਜਾਇਆ ਕਰੇਗਾ, ਘਟ ਜਾਇਆ ਕਰੇਗਾ। ਪਰ ਕਿਉਂਕਿ ਇਹ ਗੁੱਡ ਗਵਰਨੈਂਸ ਵਾਲੀ, ਇਮਾਨਦਾਰੀ ਦੇ ਨਾਲ, ਇਮਾਨਦਾਰੀ ਦੇ ਸਿਧਾਂਤਾਂ ਦੇ ਪ੍ਰਿੰਸੀਪਲਸ ਦੇ ਨਾਲ ਚੱਲਣ ਵਾਲੀ, ਅਰਵਿੰਦ ਕੇਜਰੀਵਾਲ ਜੀ ਦੇ ਦਿੱਲੀ ਦੇ ਮਾਡਲ ਨੂੰ ਅਡਾਪਟ ਕਰਕੇ ਔਰ ਭਗਵੰਤ ਮਾਨ ਜੀ ਦੀ ਕਾਮਯਾਬ ਰਹਿਨੁਮਾਈ ਦੇ ਹੇਠ ਇਹ ਸਰਕਾਰ ਨੇ ਪੈਸਾ ਜਿਹੜਾ ਅਜਾਈ ਜਾ ਰਿਹਾ ਸੀਗਾ ਉਹ ਬਚਾਉਣਾ ਵੀ ਹੈ, ਤੇ ਜਿੱਥੋਂ ਐਡੀਸ਼ਨਲ ਰੈਵਨਿਊ ਜਨਰੇਟ ਹੋ ਸਕਦੇ ਨੇ, ਜਿਵੇਂ ਐਕਸਾਈਜ਼ ਦੇ ਵਿੱਚੋਂ, ਮਾਈਨਿੰਗ ਦੇ ਵਿੱਚੋਂ, ਉਹਨਾਂ ਚੋਂ ਰੈਵਨਿਊ ਜਨਰੇਟ ਕਰਕੇ ਅਸੀਂ ਲੋਕਾਂ ਦਾ ਪੈਸਾ, ਲੋਕਾਂ ਦੇ ਕੱਲੀ ਪਾਈ ਹੈ ਜਿਹੜੀ ਉਹ ਲੋਕਾਂ ਦੀਆਂ ਜੇਬਾਂ ਤੱਕ ਪਹੁੰਚਦੇ ਕਰਨ ਦੇ ਲਈ ਅਸੀਂ ਵਚਨਬੱਧ ਹਾਂ। ਸੋ ਇੱਕ ਵਾਰ ਫੇਰ ਤੋਂ ਮੈਂ ਤੁਹਾਡੇ ਜ਼ਰੀਏ ਪੰਜਾਬ ਦੇ 3.25 ਕਰੋੜ ਲੋਕਾਂ ਨੂੰ ਮੁਬਾਰਕਬਾਦ ਦਿੰਦਾ ਕਿ ਪਹਿਲੀ ਵਾਰੀ ਉਹਨਾਂ ਦੇ ਨਾਮ, ਉਹਨਾਂ ਦੇ ਲੇਖੇ, ਉਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਇਹ ਬਜਟ ਹੈ ਉਹਨਾਂ ਨੂੰ ਸਮਰਪਿਤ ਕੀਤਾ ਗਿਆ। ਇੱਕ ਸਵਾਲ ਹੈ ਮੰਗੀ, 1000 ਰੁਪਏ ਵਿਮਨਸ ਜਿਹੜੀ ਗਰੰਟੀ ਸੀ ਉਹਦੇ ਵਿੱਚ ਜ਼ਿਕਰ ਹੈ ਇਸ ਬਜਟ 'ਚ? ਨਹੀਂ, ਉਹਦੇ ਵਿੱਚ ਉਹਦਾ ਬਜਟ ਜਿਹੜਾ ਜ਼ਿਕਰ ਹੈ ਉਹ ਇਸ ਬਜਟ ਦੇ ਵਿੱਚ ਨਹੀਂ ਹੈ ਜੀ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਜਿਸ ਤਰੀਕੇ ਦੀ ਪ੍ਰੀਕੇਰੀਅਸ ਫਾਈਨੈਂਸ਼ੀਅਲ ਕੰਡੀਸ਼ਨ ਪੰਜਾਬ ਦੀ ਅੱਜ ਬਣੀ ਹੋਈ ਹੈ, ਜਿਸ ਦੇ ਤਹਿਤ ਜੇ ਆਪਾਂ ਡੈਟ ਦੀ ਗੱਲ ਕਰ ਲਈਏ, ਕਰਜ਼ੇ ਦੀ ਗੱਲ ਕਰ ਲਈਏ, ਤਾਂ ਸਾਰੇ ਮੁਲਕ ਨਾਲੋਂ ਕਰਜ਼ਾ ਪੰਜਾਬ ਦੇ ਸਿਰ ਵੱਧ ਹੈ। ਸਭ ਤੋਂ ਵੱਧ ਕਮਿਟਡ ਲਾਇਬਿਲਿਟੀਜ਼ ਦੇ ਵਿੱਚ ਜੇ ਕਿਤੇ ਖਰਚਾ ਹੋ ਰਿਹਾ ਹੈ ਤਾਂ ਉਹ ਪੰਜਾਬ ਦੇ ਵਿੱਚ ਹੋ ਰਿਹਾ ਹੈ। ਤੇ ਹਰ ਸਾਲ, ਇਸ ਸਾਲ 15-16,000 ਕਰੋੜ ਰੁਪਏ, ਆਉਣ ਵਾਲੇ ਸਾਲਾਂ ਦੇ ਵਿੱਚ 20 ਤੋਂ 21,000 ਕਰੋੜ ਰੁਪਏ ਹਰ ਸਾਲ ਘਟ ਜਾਇਆ ਕਰਨਾ ਹੈ।
ਸਿਰਫ GST ਕੰਪਨਸੇਸ਼ਨ ਖਤਮ ਹੋਣ ਦੀ ਵਜ੍ਹਾ ਕਰਕੇ ਦੇਖੋ ਪਲੀਜ਼ ਟਰਾਈ ਟੂ ਅੰਡਰਸਟੈਂਡ ਜਿਹੜਾ ਪੈਸੇ ਦਾ ਕੰਮ ਤਾਂ ਪੈਸੇ ਨੇ ਕਰਨਾ ਜੀ ਅਲਟੀਮੇਟਲੀ ਜਦੋਂ ਤੱਕ ਪੈਸਾ ਆਏਗਾ ਨਹੀਂ ਉਦੋਂ ਤੱਕ ਉਹ ਲੋਕਾਂ ਤੱਕ ਜਾਏਗਾ ਕਿਵੇਂ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਪਲੀਜ਼ ਐਪਰੀਸ਼ੀਏਟ ਕਿ ਇਹਨਾਂ ਹਾਲਾਤਾਂ ਦੇ ਵਿੱਚ ਜਦ ਇੰਨੀ ਵੱਡੀ ਭਾਰੀ ਕਰਜ਼ੇ ਦੀ ਪੰਡ ਹੈ ਔਰ ਹੋਰ ਵਧਣ ਜਾ ਰਹੀ ਹੈ ਉਹ ਕਿਉਂਕਿ GST ਕੰਪਨਸੇਸ਼ਨ ਬੰਦ ਹੋ ਜਾਣਾ ਹੈ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਸਾਰੀਆਂ ਦੇ ਸਾਰੀਆਂ ਸਬਸਿਡੀਜ਼ ਪਹਿਲਾਂ ਵਾਲੀਆਂ ਚਾਹੇ ਉਹ ਐਗਰੀਕਲਚਰ ਸੈਕਟਰ ਨੂੰ ਹੋਵੇ ਚਾਹੇ ਉਹ SCBC ਸੈਕਟਰ ਨੂੰ ਹੋਵੇ ਚਾਹੇ ਉਹ ਇੰਡਸਟਰੀਅਲ ਸੈਕਟਰ ਨੂੰ ਹੋਵੇ ਅਸੀਂ ਉਹ ਕੰਟੀਨਿਊ ਕਰ ਰਹੇ ਹਾਂ ਨਵਾਂ ਟੈਕਸ ਕੋਈ ਅਸੀਂ ਲਗਾ ਨਹੀਂ ਰਹੇ 300 ਯੂਨਿਟ ਬਿਜਲੀ ਹੈ ਜਿਹੜੀ ਉਹ ਅਸੀਂ ਅਗਲੇ ਮਹੀਨੇ ਤੋਂ ਜਾਂ ਤੋਂ 4 ਦਿਨ ਬਾਅਦ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਇਹ ਜਿਹੜੀ ਤੁਹਾਡੀ 1000 ਰੁਪਏ ਵਾਲੀ ਗੱਲ ਹੈ ਇਹ ਅਰਵਿੰਦ ਕੇਜਰੀਵਾਲ ਜੀ ਦੀ ਗਾਰੰਟੀ ਹੈ ਭਗਵੰਤ ਮਾਨ ਜੀ ਦੀ ਗਾਰੰਟੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਹੀ ਫਾਈਨੈਂਸ਼ੀਅਲ ਕੰਡੀਸ਼ਨ ਪੰਜਾਬ ਦੀ ਥੋੜੀ ਜਿਹੀ ਵੀ ਸੁਧਰਦੀ ਹੈ ਇਹ ਵਾਅਦਾ ਅਸੀਂ ਆਪਣੀਆਂ ਮਾਵਾਂ ਭੈਣਾਂ ਬੇਟੀਆਂ ਦੇ ਨਾਲ ਨਿਭਾਉਣ ਦੇ ਲਈ 100% ਵਚਨਬੱਧ ਹਾਂ ਅਮਨ ਜੀ ਇਹੀ ਐਲੀਗੇਸ਼ਨ ਆਪੋਜੀਸ਼ਨ ਲਗਾ ਰਿਹਾ ਕਿ ਹੁਣ ਸਟੇਟ ਦੀ ਜਿਹੜੀ ਪ੍ਰੀਕੇਰੀਅਸ ਫਾਈਨੈਂਸ਼ੀਅਲ ਕੰਡੀਸ਼ਨ ਹੈ ਉਸ ਦਾ ਬਹਾਨਾ ਲਗਾ ਕੇ ਆਮ ਆਦਮੀ ਪਾਰਟੀ ਖਾਸ ਕਰ ਜਿਹੜਾ 1000 ਰੁਪਏ ਵਾਲਾ ਪ੍ਰੋਮਿਸ ਸੀ ਉਸ ਨੂੰ ਡਿਲੇ ਕਰ ਰਹੀ ਹੈ ਵਾਈਟ ਪੇਪਰ ਨੂੰ ਕਹਿ ਰਹੇ ਕਿ ਵਾਈਟ ਪੇਪਰ ਨਹੀਂ ਹੈ ਇਹ ਆਈ ਵਾਸ਼ ਹੈ ਕਿ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨ ਦਾ ਹਵਾਲਾ ਦੇ ਕੇ ਕਿ ਅਸੀਂ ਜਿਹੜੇ ਪ੍ਰੋਮਿਸ ਸੀਗੇ ਉਹਨੂੰ ਜਿਹੜਾ ਹੈ ਲਿੰਗਰ ਔਨ ਕਰ ਸਕੀਏ ਮੈਂ ਅੱਜ ਆਪੋਜੀਸ਼ਨ ਦੇ ਸਰ ਪ੍ਰਤਾਪ ਸਿੰਘ ਜੀ ਬਾਜਵਾ ਲੀਡਰ ਆਫ ਆਪੋਜੀਸ਼ਨ ਨੂੰ ਇੱਕ ਚੈਨਲ ਦੇ ਉੱਪਰ ਦੇਖ ਰਿਹਾ ਸੀਗਾ ਉਹ ਕਹਿ ਰਹੇ ਸੀਗੇ ਕਿ ਕਿੱਥੋਂ ਕਰ ਦੇਣਗੇ ਇਹਨਾਂ ਕੋਲ ਤਾਂ ਜ਼ਹਿਰ ਖਾਨ ਦੇ ਪੈਸੇ ਨਹੀਂ ਮੈਨੂੰ ਹਾਸਾ ਵੀ ਆ ਰਿਹਾ ਸੀਗਾ ਰੋਣਾ ਵੀ ਆ ਰਿਹਾ ਸੀਗਾ ਕਿ ਬਿਲਕੁਲ ਠੀਕ ਕਹਿ ਰਹੇ ਨੇ ਉਹ ਇਹ ਹਾਲਾਤ ਪੰਜਾਬ ਦੇ ਕਰਕੇ ਤਾਂ ਉਹ ਲੋਕ ਗਏ ਨੇ ਤੇ ਹੁਣ ਜਦੋਂ ਪੰਜਾਬ ਦੇ ਵਿੱਚ ਇੱਕ ਇਮਾਨਦਾਰ ਸਰਕਾਰ ਆਈ ਹੈ ਤੇ ਹੁਣ ਉਹਨਾਂ ਨੂੰ ਫਿਕਰ ਪੈ ਰਿਹਾ ਕਿ ਇਹੋ ਜਿਹੇ ਹਾਲਾਤ ਕੀਤੇ ਜਾਣ ਦੇ ਬਾਵਜੂਦ ਵੀ ਪੰਜਾਬ ਨੂੰ ਪ੍ਰਗਤੀ ਦੀਆਂ ਲੀਹਾਂ ਦੇ ਉੱਪਰ ਕਿਵੇਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਨ ਸਾਹਿਬ ਦੀ ਸਰਕਾਰ ਲੈ ਕੇ ਜਾ ਰਹੀ ਹੈ ਇਹ ਉਹਨਾਂ ਤੋਂ ਪਹੁੰਚਾਇਆ ਨਹੀਂ ਜਾ ਰਿਹਾ ਜੇ ਇਹਦੇ ਬਾਰੇ ਗੱਲ ਕਰਨੀ ਹੈ ਤਾਂ ਮੈਂ ਸਮਝਦਾ ਕਿ ਇੱਕ ਜਿਹੜਾ ਵਾਈਟ ਪੇਪਰ ਪਰਸੋਂ ਪੰਜਾਬ ਦੇ ਫਾਈਨੈਂਸਿਸ ਦੇ ਉੱਪਰ ਜਿਸ ਦੇ ਵਿੱਚ 1980 81 ਤੋਂ ਖਾਕਾ ਜਿਹੜਾ ਉਹ ਪੇਸ਼ ਪੰਜਾਬ ਸਰਕਾਰ ਨੇ ਕੀਤਾ ਹੈ ਅਰਪਾਲ ਚੀਮਾ ਜੀ ਨੇ ਇਹਦੇ ਉੱਪਰ ਬਹਿਸ ਕਰ ਲੈਣ ਤੇ ਪਤਾ ਲੱਗ ਜਾਏਗਾ ਕਿ ਇਹਨਾਂ ਹਾਲਾਤਾਂ ਦੇ ਲਈ ਜ਼ਿੰਮੇਵਾਰ ਕੌਣ ਹੈ ਮੇਰੇ ਕਹਿਣ ਦਾ ਮਤਲਬ ਹੈ ਕਿ ਅਸੀਂ ਉਹ ਜੋ ਮਰਜ਼ੀ ਕਹੀ ਜਾਣ that does not matter ਸਵਾਲ ਇਹ ਹੈ ਕਿ ਹਾਲਾਤ ਅੱਜ ਪੰਜਾਬ ਦੇ ਸਭ ਤੋਂ 1900 ਜਦੋਂ ਪੰਜਾਬ ਰੀਆਰਗੇਨਾਈਜ਼ ਹੋਇਆ ਹੈ ਤੇ ਪੰਜਾਬ ਦੇ ਵਿੱਚੋਂ ਹਿਮਾਚਲ ਤੇ ਹਰਿਆਣਾ ਨਿਕਲੇ ਸੀਗੇ ਅੱਜ ਉਹ ਸਟੇਟਾਂ ਨੇ ਜਿਹੜੀਆਂ ਉਹ ਪੰਜਾਬ ਨੂੰ ਹਰ ਪੈਰਾਮੀਟਰ ਦੇ ਵਿੱਚ ਉਹ ਪਿੱਛੇ ਛੱਡ ਚੁੱਕੀਆਂ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਹ ਜਿਹੜਾ ਕਾਂਗਰਸ ਪਾਰਟੀ ਦਾ ਜਾਂ ਅਕਾਲੀ ਦਲ ਦਾ ਜਾਂ ਜਿਹੜੇ ਸੋ ਕਾਲਡ ਵਿਰੋਧੀ ਤੁਸੀਂ ਗੱਲ ਕਰਦੇ ਹੋ ਉਹਨਾਂ ਦੇ ਮਾਡਲ ਨੇ ਉਹਨਾਂ ਦੀਆਂ ਪਾਰਟੀਆਂ ਦੇ ਮਾਡਲ ਨੇ ਪੰਜਾਬ ਨੂੰ ਅੱਜ ਸੰਗ ਨਹੀਂ ਹੈਗੇ ਕਿ ਅਖੀਰਲੇ 100 ਦਿਨਾਂ 'ਚ ਕੰਮ ਕਰਦੇ ਆ ਸਾਡੀ ਸਰਕਾਰ ਫਰੋਮ ਡੇ 1 ਕੰਮ ਕਰ ਰਹੀ ਹੈ ਤੇ ਜਿਹੜੀਆਂ ਉਹ ਚੀਜ਼ਾਂ ਕਹਿ ਰਹੇ ਨੇ ਇਹ ਚਾਹੇ 1000 ਰੁਪਏ ਦੀ ਗੱਲ ਹੈ 1000 ਰੁਪਏ ਤੋਂ ਇਲਾਵਾ ਹੋਰ 200 ਪੈਂਡਿੰਗ ਕੀ ਰਹੇਗਾ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਇਨ ਬਿਨ ਲਾਗੂ ਕੀਤਾ ਜਾਏਗਾ ਰੈਵਨਿਊ ਜਨਰੇਸ਼ਨ ਦੀ ਗੱਲ ਕਰ ਰਹੇ ਹਾਂ ਨੈਗੋਸ਼ੀਏਸ਼ਨ ਕਰ ਰਹੇ ਕਿ ਰੈਵਨਿਊ ਜਨਰੇਟ ਕਰਨ ਨੂੰ ਲੈ ਕੇ ਜਿਸ ਤਰੀਕੇ ਦੇ ਪ੍ਰੋਮਿਸ ਆਮ ਆਦਮੀ ਪਾਰਟੀ ਕਰਦੀ ਸੀ ਪਹਿਲੇ ਕਿ ਅਸੀਂ ਰੈਵਨਿਊ ਜਨਰੇਟ ਕਰਾਂਗੇ ਮਾਈਨਿੰਗ ਤੋਂ ਲੀਕਰ ਤੋਂ ਹੋਰ ਚੀਜ਼ਾਂ ਨੇ ਉਸ ਨੂੰ ਲੈ ਕੇ ਜਿਹੜਾ ਹੈ ਕੋਈ ਕਲੀਅਰ ਏਜੰਡਾ ਜਿਹੜਾ ਨਜ਼ਰ ਨਹੀਂ ਆ ਰਿਹਾ ਆਮ ਆਦਮੀ ਪਾਰਟੀ ਸਰਕਾਰ ਦਾ ਮੇਰਾ ਸਵਾਲ ਇਹਨਾਂ ਦੀ ਐਡ ਹੈ ਕਿ ਇਸ ਚੀਜ਼ ਨੂੰ ਕਿਸੇ ਵੀ ਸਟੇਟ ਦੀ ਇੱਕ ਰੈਵਨਿਊ ਜਨਰੇਸ਼ਨ ਦਾ ਇੱਕ ਪਾਰਟ ਹੁੰਦਾ ਕਿ ਚਾਹੇ ਮਾਈਨਿੰਗ ਹੋਈ ਲੀਕਰਸ ਹੋ और GST कलेक्शन भी डिपेंड करे क्या कोई ऐसा हम चलो एक टीम ने सोचा है कि अपन इन तीन चीज़ां खास कर माइनिंग की गल करिए लीकर्स की गल करिए GST कलेक्शन दो चीज़ां दस्से भी टारगेट है साडा कुछ पार्ट हैगा भी स्टेट जनरेट कितों करेगा मैं ਤੁਹਾਨੂੰ ਤਿੰਨ ਚੀਜ਼ਾਂ ਦੱਸ ਦਿੱਤੀਆਂ ਜੀ ਮੈਂ ਦੁਬਾਰਾ ਰਿਪੀਟ ਕਰਦਾ ਜਿਹੜੀ GST ਦੀ ਕਲੈਕਸ਼ਨ ਹੈ ਉਹ ਪਿਛਲੇ ਸਾਲ 16200 ਕਰੋੜ ਸੀਗੀ ਅਸੀਂ ਇਸੇ ਇੱਕ ਸਾਲ ਦੇ ਵਿੱਚ ਉਹਨੂੰ 20550 ਕਰੋੜ ਯਾਨੀ ਕਿ ਤਕਰੀਬਨ 4300 ਕਰੋੜ ਰੁਪਇਆ ਹੋਰ ਐਡੀਸ਼ਨਲ ਅਸੀਂ ਟਾਰਗੇਟ ਕਰ ਰਹੇ ਹਾਂ ਕਿ 4300 ਕਰੋੜ ਰੁਪਏ ਸਿਰਫ ਔਰ ਸਿਰਫ GST ਤੋਂ ਅਸੀਂ ਐਡੀਸ਼ਨਲ ਕਮਾਵਾਂਗੇ ਜਿਹੜਾ ਕਿ 27% ਹੈ 27% ਇਨਕਰੀਜ਼ ਹੈ ਨੰਬਰ 1 ਨੰਬਰ 2 ਐਕਸਾਈਜ਼ ਸ਼ਰਾਬ ਦੇ ਵਿੱਚੋਂ ਲਾਸਟ ਈਅਰ ਇਹਨਾਂ ਨੇ ਜ਼ੋਰ ਮਾਰ ਕੇ 6200 ਕਰੋੜ ਤੱਕ ਲੈ ਕੇ ਗਏ ਸੀਗੇ ਅਸੀਂ ਇਸ ਸਾਲ ਟਾਰਗੇਟ ਕਰ ਰਹੇ ਹਾਂ ਇਹਨਾਂ 9 ਮਹੀਨਿਆਂ ਦੇ ਵਿੱਚ ਇਹ 9648 ਕਰੋੜ ਯਾਨੀ ਕਿ 55% ਦਾ ਐਡੀਸ਼ਨਲ ਇਨਕਰੀਜ਼ ਹੈ ਜਿਹੜਾ ਉਹ ਅਸੀਂ ਟਾਰਗੇਟ ਕਰ ਰਹੇ ਹਾਂ ਕਿ ਅਸੀਂ ਅਚੀਵ ਕਰਾਂਗੇ ਇਹਨਾਂ ਦੋ ਚੀਜ਼ਾਂ ਦੇ ਵਿੱਚ 7800 ਕਰੋੜ ਦੀ ਜਨਰੇਸ਼ਨ ਹੈ ਜਿਹੜੀ ਉਹ ਹੁਣ ਜਾਰੀ ਹੈ ਹਜੇ ਜਿਹੜਾ ਮਾਈਨਿੰਗ ਦਾ ਪਿਛਲੇ ਸਾਲ ਇਹਨਾਂ ਨੇ ਜ਼ੋਰ ਮਾਰ ਕੇ 137 ਕਰੋੜ ਹੈ ਜਿਹੜਾ ਉਹ ਅਚੀਵ ਕੀਤਾ ਸੀਗਾ ਅਸੀਂ ਰਫਲੀ ਇਸ ਸਾਲ ਦੇ ਵਿੱਚ ਕਿਉਂਕਿ ਹਜੇ ਮਾਈਨਿੰਗ ਦੀ ਪਾਲਿਸੀ ਜਿਹੜੀ ਉਹ ਬਣ ਰਹੀ ਹੈ ਉਹ ਇੰਨਾ ਕੁ ਮੈਸ ਅਪ ਇੰਨਾ ਇਹ ਕਰਕੇ ਗਏ ਨੇ ਇੰਨੇ ਕੁ ਮਾਫੀਆਜ਼ ਕ੍ਰੀਏਟ ਕਰਕੇ ਗਏ ਨੇ ਕਿ ਜਦੋਂ ਹੀ ਸਰਕਾਰ
ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਪਰਚੇ ਬਹੁਤ ਹੋਏ ਨੇ ਜਿਹੜੇ ਇਲੀਗਲ ਮਾਈਨਿੰਗ ਕਰਦੇ ਸੀਗੇ। ਕਾਂਗਰਸ ਦੇ ਇੱਕ ਐਮਐਲਏ ਐਕਸ ਐਮਐਲਏ ਜੋਗਿੰਦਰਪਾਲ ਦੇ ਉੱਪਰ ਇਲੀਗਲ ਮਾਈਨਿੰਗ ਕਰਦਾ ਪਰਚਾ ਦਰਜ ਹੋਇਆ। ਜਦੋਂ ਜਿੰਨੀ ਸਰਕਾਰ ਚੂੜੀ ਕੱਸਦੀ ਹੈ ਇਲੀਗਲ ਮਾਈਨਿੰਗ ਵਾਲਿਆਂ ਦੀ, ਉਹ ਆਪਰੇਸ਼ਨਸ ਬੰਦ ਹੋ ਜਾਂਦੇ ਨੇ, ਜਿਹਦੀ ਵਜ੍ਹਾ ਕਰਕੇ ਰੇਟਸ ਨੇ ਉਹ ਵਧਣੇ ਸ਼ੁਰੂ ਹੋ ਜਾਂਦੇ ਨੇ ਤੇ ਉਹਦੇ ਨਾਲ ਆਮ ਲੋਕ ਨੇ ਜਿਹੜੇ ਕਾਮਨ ਮੈਨ ਹੈ ਜਿਹੜਾ ਉਹ ਇਫੈਕਟ ਹੁੰਦਾ ਹੈ। ਪਰ ਆਲ ਸੈਡ ਐਂਡ ਡਨ ਇਹਦੇ ਵਿੱਚ ਵੀ ਜਿਹੜਾ ਇਹਨੇ 137 ਕਰੋੜ ਰੁਪਇਆ ਲਾਸਟ ਈਅਰ ਜੋਰ ਮਾਰ ਕੇ ਕਾਂਗਰਸ ਦੀ ਸਰਕਾਰ ਨੇ ਜਨਰੇਟ ਕੀਤਾ ਸੀਗਾ, ਇਹਦੇ ਤੋਂ ਤਕਰੀਬਨ 350 ਕਰੋੜ ਹੈ ਜਿਹੜਾ ਉਹ ਇਸ ਸਾਲ ਜਨਰੇਟ ਹੋਏਗਾ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਹਰ ਚੀਜ਼ ਦੇ ਉੱਪਰ ਕੰਮ ਹੈ ਜਿਹੜਾ ਉਹ ਬੜੀ ਬਾਰੀਕੀ ਦੇ ਨਾਲ ਕੀਤਾ ਗਿਆ। ਪੂਰੀ ਦੀ ਪੂਰੀ ਸਰਕਾਰ ਲੈਡ ਬਾਈ ਸਰਦਾਰ ਭਗਵੰਤ ਸਿੰਘ ਜੀ ਮਾਨ, ਉਹਨਾਂ ਨੇ ਸਿਰ ਜੋੜ ਕੇ ਪੰਜਾਬ ਦੇ ਖਜ਼ਾਨੇ ਨੂੰ ਜਿਹੜਾ ਕਿ ਪਿਛਲੀਆਂ ਸਰਕਾਰਾਂ ਪੀਪਾ ਬਣਾਈਆਂ ਸੀਗੀਆਂ ਉਹਨੂੰ ਮੁੜ ਖਜ਼ਾਨਾ ਬਣਾਉਣ ਦਾ ਕੰਮ ਹੈ ਜਿਹੜਾ ਸ਼ੁਰੂ ਹੋ ਚੁੱਕਿਆ। ਮਾਈਨਿੰਗ ਤੋਂ ਜਿਹੜਾ 350 ਕਰੋੜ ਹੈ, ਲੱਗਦਾ ਨਹੀਂ ਕਿ ਬਹੁਤ ਮੇਜਰ ਅਮਾਉਂਟ ਹੈ ਮਾਈਨਿੰਗ, ਜਿਸ ਤਰੀਕੇ ਨਾਲ ਜਿੰਨਾ ਵਾਸਟ ਮਾਈਨਿੰਗ ਦਾ ਉਹ ਹੈ ਪੰਜਾਬ ਦਾ। ਦੇਖੋ ਇਸ ਤਰ੍ਹਾਂ ਬਾਕੀ ਸਟੇਟਸ ਦੇ ਨਾਲ ਕੰਪੇਅਰ ਕਰਕੇ ਦੇਖੀਏ ਕਿ ਨਵਜੋਤ ਸਿੱਧੂ ਦਾ ਹਜ਼ਾਰਾਂ ਕਰੋੜਾਂ ਦੀ ਮਾਈਨਿੰਗ ਦੀ ਕੇ ਰੈਵਨਿਊ ਦੀ ਗੱਲ ਕਰਦੇ ਸੀ। ਨਹੀਂ, ਦੇਖੋ ਨਵਜੋਤ ਸਿੰਘ ਸਿੱਧੂ ਜੀ ਕੀ ਕਰਦੇ ਸੀਗੇ ਪਰ ਉਹ ਕਰਾ ਤਾਂ ਨਹੀਂ ਨਾ ਸਕੇ ਹੈਗੇ। ਉਹ ਵਿਧਾਨ ਸਭਾ ਦੇ ਵਿੱਚ ਅਸੀਂ ਉਹਨਾਂ ਨੂੰ ਬਾਰ-ਬਾਰ ਕਹਿੰਦੇ ਰਹੇ, ਉਹਨਾਂ ਨੂੰ ਵੀ ਕਹਿੰਦੇ ਰਹੇ, ਉਹ ਬਸ ਸੁਖ ਸਰਕਾਰੀਆ ਜੀ ਮਿਨਿਸਟਰ ਸੀਗੇ ਇਹਦੇ। ਨਵਜੋਤ ਸਿੰਘ ਸਿੱਧੂ ਜੀ ਤੇਲੰਗਾਨਾ ਔਰ ਛੱਤੀਸਗੜ੍ਹ ਵਗੈਰਾ ਹੋ ਕੇ ਆਏ ਸੀਗੇ, ਮਾਈਨਿੰਗ ਦੀ ਇੱਕ ਕਮੇਟੀ ਬਣਾ ਕੇ ਲੈ ਕੇ ਗਏ ਸੀਗੇ ਤੇ ਜਿਹੜੀ ਰਿਪੋਰਟ ਉਹਨਾਂ ਨੇ ਬਣਾ ਕੇ ਦਿੱਤੀ ਸੀ ਕੈਪਟਨ ਅਮਰਿੰਦਰ ਸਿੰਘ ਨੂੰ, ਕੈਪਟਨ ਅਮਰਿੰਦਰ ਸਿੰਘ ਨੇ ਉਸੇ ਰਿਪੋਰਟ ਨੂੰ ਡੰਪ ਕਰ ਦਿੱਤਾ, ਡਸਟਬਿਨ ਦੇ ਵਿੱਚ ਸਿੱਟ ਦਿੱਤਾ। ਔਰ ਫਿਰ ਜਦੋਂ ਸੁਖ ਸਰਕਾਰੀਆ ਜੀ ਕੋਲੇ ਉਹ ਮਹਿਕਮਾ ਆਇਆ, ਉਹਨਾਂ ਨੂੰ ਅਸੀਂ ਕਹਿੰਦੇ ਭਾਈ ਤੁਸੀਂ ਰਿਪੋਰਟ ਪਬਲਿਕ ਕਰੋ, ਉਹ ਵੀ ਨਹੀਂ ਕਰ ਸਕਿਆ। ਕਿ ਮੇਰੇ ਕਹਿਣ ਦਾ ਮਤਲਬ ਹੈ ਕਿ ਕੱਲੀਆਂ ਗੱਲਾਂ ਦੇ ਨਾਲ ਕੜਾਹ ਨਹੀਂ ਪੱਕਦਾ ਹੈਗਾ। ਸਰਕਾਰ ਚਲਾਉਣ ਲੱਗਿਆ ਤੁਹਾਨੂੰ ਬੜੀਆਂ ਚੀਜ਼ਾਂ ਨੇ, ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਹਟਿਆ ਕਿ ਜਦੋਂ ਸਾਡੀ ਸਰਕਾਰ, ਸਾਡੇ ਨੌਜਵਾਨ ਮਿਨਿਸਟਰ ਹਰਜੋਤ ਬੈਂਸ ਜੀ ਉਹਨਾਂ ਨੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਚੂੜੀ ਕਸੀ ਹੈ। ਨੋ ਡਾਊਟ ਇਲੀਗਲ ਆਪਰੇਸ਼ਨਸ ਨੇ ਜਿਹੜੇ ਮਾਈਨਿੰਗ ਦੇ ਉੱਪਰ ਬਹੁਤ ਜ਼ਿਆਦਾ ਕੰਟਰੋਲ ਹੋ ਚੁੱਕੇ ਨੇ, ਪਰ ਜੇ ਮੈਂ ਕਹਾਂ ਵੀ 100% ਕੰਟਰੋਲ ਹੋ ਗਏ ਤਾਂ ਉਹ ਵੀ ਗੱਲ ਨਹੀਂ ਹੈ। ਕਿਉਂਕਿ ਜਦੋਂ ਪ੍ਰੈਸ਼ਰ ਹੁੰਦਾ, ਜਿਵੇਂ ਚੂੜੀ ਕਸੀ ਜਾਂਦੀ ਹੈ, ਕਿਉਂਕਿ ਪਹਿਲਾਂ ਐਕਚੁਅਲੀ ਸਿਸਟਮ ਕੀ ਸੀਗਾ, ਲੀਗਲ ਮਾਈਨਰਸ ਸੀਗੀਆਂ ਬਹੁਤ ਥੋੜੀਆਂ, ਤਕਰੀਬਨ 35-40-50% ਸੀਗੀਆਂ, ਬਾਕੀ ਇਲੀਗਲ ਆਪਰੇਸ਼ਨ ਚੱਲਦੀ ਸੀ। ਜਦੋਂ ਉਹਨਾਂ ਦੀ ਚੂੜੀ ਕਸੀ ਜਾਂਦੀ ਹੈ ਰੇਟ ਵੱਧ ਜਾਂਦੇ ਨੇ, ਫਿਰ ਆਪੋਜੀਸ਼ਨ ਵਾਲੇ ਰੌਲਾ ਪਾਉਣ ਲੱਗ ਜਾਂਦੇ ਨੇ। ਡਿਮਾਂਡ ਐਂਡ ਸਪਲਾਈ ਦੀ ਗੱਲ ਹੈ ਨਾ ਜੀ। ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਰਕਾਰ ਇਜ਼ ਟ੍ਰਾਈਂਗ ਟੂ ਪੁੱਟ ਇਟਸ ਐਕਟ ਟੁਗੇਦਰ। ਸਰਕਾਰ ਕੜੀ ਨਾਲ ਕੜੀ ਜੋੜ ਕੇ ਤਾਂ ਕਿ ਲੋਕਾਂ ਦਾ ਹੱਕ ਹਲਾਲ ਦੀ ਕਮਾਈ ਹੈ ਜਿਹੜੀ ਹੁਣ ਤੱਕ ਲੀਡਰਾਂ ਅਫਸਰਾਂ ਮਾਫੀਆ ਦੇ ਘਰੇ ਜਾ ਰਹੀ ਸੀਗੀ, ਉਹਨੂੰ ਇਮਾਨਦਾਰੀ ਦੇ ਨਾਲ ਖਜ਼ਾਨੇ ਦੇ ਵਿੱਚ ਲੈ ਕੇ ਆਈਏ। ਔਰ ਇਹਦੇ ਨਾਲ ਇਮੀਡੀਏਟਲੀ ਲੋਕਾਂ ਦੇ ਉੱਪਰ ਵੀ ਕਿਸੇ ਗੱਲ ਦਾ ਬੋਝ ਨਾ ਪਵੇ। ਜਦੋਂ ਤੁਸੀਂ ਇਹਨਾਂ ਦੇ ਵਿੱਚ ਫਾਈਨ ਬੈਲੈਂਸਿੰਗ ਐਕਟ ਕਰਨਾ ਹੁੰਦਾ ਨਾ ਜੀ, ਉਦੋਂ ਤੁਹਾਨੂੰ ਕਈ ਚੀਜ਼ਾਂ ਕੰਸੀਡਰ ਕਰਨੀਆਂ ਪੈਂਦੀਆਂ ਨੇ, ਤੁਹਾਨੂੰ ਪਿਕਚਰ ਪੂਰੇ ਫਰੇਮ ਦੇ ਵਿੱਚ ਦੇਖਣੀ ਪੈਂਦੀ ਹੈ। ਅਮਨ ਜੀ, ਲੀਗਰ ਤੋਂ ਜਿਹੜੀ ਇਨਕਮ ਵਧਾਉਣ ਦੀ ਗੱਲ ਕਰ ਰਹੇ ਸੀਗੇ, ਸੋ ਉਹਦਾ ਪ੍ਰੋਸੈਸ ਕੀ ਹੋਏਗਾ? ਕੀ ਵਿਕਰੀ ਵਧਾਈ ਜਾਏਗੀ ਲੀਗਰ ਤੋਂ? ਲਿਕਰ ਦੇਖੋ, ਲਿਕਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਪਹਿਲਾਂ ਜਿਹੜੇ ਇੰਟਰਸਟ ਸੀ ਜਿਹੜੇ ਉਹ ਪੋਲੀਟੀਕਲ ਕਲਾਸ ਦੇ, ਮਾਫੀਆਜ਼ ਦੇ ਔਰ ਬਿਊਰੋਕ੍ਰੇਸੀ ਦੇ, ਮੈਂ ਸਮਝਦਾ ਕਿ ਕਿਤੇ ਨਾ ਕਿਤੇ ਕਈ ਵਾਰ ਨਜ਼ਰ ਆਏ ਨੇ। ਉਹ ਸਾਰੇ ਲੂਪ ਹੋਲਸ ਨੇ ਜਿਹੜੇ ਉਹ ਪਲੱਗ ਇਨ ਕੀਤੇ ਗਏ ਨੇ। ਤੁਹਾਡੇ ਧਿਆਨ ਦੇ ਵਿੱਚ ਹੋਏਗਾ ਤਕਰੀਬਨ ਅੱਜ ਤੋਂ 3 ਸਾਲ ਪਹਿਲਾਂ ਮੈਂ ਇੱਕ ਆਰਟੀਏ ਦੇ ਜ਼ਰੀਏ ਖੁਲਾਸਾ ਕੀਤਾ ਸੀ ਜੀ, ਤਕਰੀਬਨ 27-2800 ਜਿਹੜੀਆਂ FIRs ਨੇ ਉਹਦਾ ਪਰਚਾ ਤੁਹਾਨੂੰ ਮੈਂ ਡਾਕੂਮੈਂਟ ਦਿੱਤੇ ਸੀਗੇ, ਜਿਹਦੇ ਤਹਿਤ ਵਿਦਆਊਟ ਐਕਸਾਈਜ਼ ਪੇ ਕੀਤੇ ਫॉर ਸੇਲ ਇਨ ਆਂਧਰਾ ਪ੍ਰਦੇਸ਼ ਦੇ ਨਾਂ ਦੇ ਉੱਪਰ ਜਿਹੜੀ ਡਿਸਟਿਲਰੀਜ਼ ਦੇ ਵਿੱਚੋਂ ਸ਼ਰਾਬ ਨਿਕਲ ਜਾਂਦੀ ਸੀ, ਐਕਸਾਈਜ਼ ਪੇ ਨਹੀਂ ਕੀਤੀ ਜਾਂਦੀ ਸੀਗੀ ਤੇ ਇਸੇ ਤਰੀਕੇ ਨਾਲ ਅਕ੍ਰੋਸ ਸਟੇਟਸ ਹੈ ਜਿਹੜੀ ਸਮਗਲਿੰਗ ਹੁੰਦੀ ਸੀਗੀ। ਉਹ ਜਦੋਂ ਸਾਰੀ ਦੀ ਸਾਰੀ ਜਦੋਂ ਇਮਾਨਦਾਰ ਸਰਕਾਰ ਹੋਵੇ ਨਾ ਜੀ, ਸਰਕਾਰ ਦੇਖੋ, ਸਰਕਾਰ ਚਾਹੇ ਤਾਂ ਚਿੜੀ ਪਰ ਨਹੀਂ ਮਾਰ ਸਕਦੀ ਹੈਗੀ। ਪਹਿਲਾਂ ਵਾਲੇ ਪ੍ਰਮੋਟ ਕਰਦੇ ਸੀਗੇ, ਪੈਟਰਨੇਜ ਕਰਦੇ ਸੀਗੇ, ਪਿੱਠ ਥਾਪੜਦੇ ਸੀਗੇ ਇਹੋ ਜਿਹਾ ਕੰਮ ਕਰਨ ਵਾਲਿਆਂ ਦੀ। ਹੁਣ ਸਾਡੀ ਸਰਕਾਰ ਨੇ ਸਖਤੀ ਕੀਤੀ ਹੋਈ ਹੈ ਤੇ ਉਹਦੇ ਨਾਲ ਆਟੋਮੈਟਿਕਲੀ ਜਿਹੜਾ ਰੈਵਨਿਊ ਖਜ਼ਾਨੇ ਦੇ ਵਿੱਚ ਆਏਗਾ, ਜਿਹਦੀ ਵਜ੍ਹਾ ਕਰਕੇ ਅਸੀਂ ਤਕਰੀਬਨ 55% ਰੈਵਨਿਊ ਐਕਸੈਸ ਰੈਵਨਿਊ ਹੈ ਜਿਹੜਾ ਉਹ ਜਨਰੇਟ ਕਰਾਂਗੇ। ਅਮਨ ਜੀ, ਸੰਗਰੂਰ ਡਿਬੇਕਲ ਦਾ ਵੀ ਕੀ ਰੀਜ਼ਨ ਲੱਗਦਾ ਹੈ ਤੁਹਾਨੂੰ? ਪਾਰਟੀ ਜਿਹੜੀ ਤੁਹਾਡੀ ਹਾਰੀ ਹੈ ਸੰਗਰੂਰ ਬਾਈ ਪੌਲ ਵਿਦਿਨ 4 ਮੰਥਸ। ਦੇਖੋ, ਇਸ ਤਰ੍ਹਾਂ ਕਿ ਹਰੇਕ ਇਲੈਕਸ਼ਨ ਦੇ ਡਾਇਨਾਮਿਕਸ ਨੇ ਜਿਹੜੇ ਉਹ ਡਿਫਰੈਂਟ ਹੁੰਦੇ ਨੇ। ਇਹਦੇ 'ਚ ਨੋ ਡਾਊਟ ਪਾਰਟੀ ਦੀ ਡਿਫੀਟ ਹੋਈ ਹੈ, ਇਹਦੇ 'ਚ ਕੋਈ ਨਾ ਕੋਈ ਰੀਜ਼ਨਸ ਤਾਂ ਰਹੇ ਹੀ ਹੋਣਗੇ। ਇਹਦੇ ਬਾਰੇ ਪਾਰਟੀ ਬੜੀ ਜਲਦੀ ਹੀ ਜੰਤਰ ਮੰਤਰ ਹੈ ਜਿਹੜਾ ਉਹ ਕਰੇਗੀ, ਪਰ ਔਰ ਅਸੀਂ ਲੋਕਾਂ ਦਾ ਜਿਹੜਾ ਵਰਡਿਕਟ ਹੈ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ। ਇਲੈਕਸ਼ਨ ਦੇ ਨਾਲ ਕੋਈ ਇੱਕ ਇਲੈਕਸ਼ਨ ਦੇ ਨਾਲ ਇਹ ਨਹੀਂ ਹੁੰਦਾ ਕਿ ਕੋਈ ਕਿਸੇ ਨੂੰ ਆਪਾਂ ਵਾਈਪ ਆਊਟ ਕਰ ਦਈਏ ਜਾਂ ਕਿਸੇ ਨੂੰ ਕਹੀਏ ਵੀ ਇਹ ਅਨਡਿਫੀਟਡ ਜਿਹੜੇ ਹੈ ਪਾਰਟੀ ਜਾਂ ਕੋਈ ਡੀਜਨ ਹੋਵੇ। ਸੋ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ, ਪਰ ਡੈਫੀਨਿਟਲੀ ਯੈਸ, ਜਿਹੜੀ ਚੀਜ਼ ਹੈ ਉਹ ਹੈ। ਇਹਨੂੰ ਅਸੀਂ ਇੰਟਰਨਲੀ
ਵਿਦਨ ਆਰ ਹਾਊਸ ਅਸੀਂ ਘਰ ਦੇ ਵਿੱਚ ਆਮ ਆਦਮੀ ਪਾਰਟੀ ਬੈਠ ਕੇ ਇਹਦੇ ਉੱਪਰ ਪਰਚੋਲ ਕਰੇਗੀ ਤੇ ਜੋ ਵੀ ਫੈਕਟ ਸਾਹਮਣੇ ਆਉਣ ਤੁਹਾਨੂੰ ਪਰ ਇਹ ਤਾਂ ਲੱਗ ਰਿਹਾ ਹੈ ਕਿ ਦਿੱਲੀ ਦਾ ਜੋ ਸਟੈਂਗਲ ਹੋਲਡ ਹੈ ਉਸ ਦੀ ਵਜ੍ਹਾ ਤੋਂ ਦਿੱਲੀ ਦੀ ਜਿਹੜੀ ਇੰਟਰਫੇਰੈਂਸ ਹੈ ਗਵਰਨੈਂਸ ਦੇ ਵਿੱਚ ਇੱਥੇ ਦੇਖੋ ਉਸ ਦੀ ਵਜ੍ਹਾ ਤੋਂ ਇਹ ਤੁਹਾਡੀ ਆਪਣੀ ਆਬਜ਼ਰਵੇਸ਼ਨ ਹੋ ਸਕਦੀ ਹੈ, ਕਿਸੇ ਹੋਰ ਰਿਲੀਜਨ ਦੀ ਆਬਜ਼ਰਵੇਸ਼ਨ ਹੋ ਸਕਦੀ ਹੈ, ਪਰ ਮੈਂ ਮੰਨ ਕੇ ਚੱਲਦਾ ਕਿ ਔਰ ਜਿਹੜਾ ਕਿ ਫੈਕਟ ਹੈ ਕਿ ਸਾਡੀ ਨੈਸ਼ਨਲ ਪਾਰਟੀ ਹੈ, ਨੈਸ਼ਨਲ ਸਾਡੇ ਜਿਹੜੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਬੜੇ ਕਾਮਯਾਬ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਪਿਛਲੇ 8 ਸਾਲ ਤੋਂ ਸਰਕਾਰ ਚਲਾ ਰਹੇ ਨੇ ਔਰ ਉਹਨਾਂ ਨੇ ਇੱਕ ਗਵਰਨੈਂਸ ਦਾ ਮਾਡਲ ਹੈ ਜਿਹੜਾ ਉਹ ਬੇਮਿਸਾਲ ਗਵਰਨੈਂਸ ਮਾਡਲ ਇਕੱਲੇ ਮੁਲਕ ਨੂੰ ਨਹੀਂ ਪੂਰੀ ਦੁਨੀਆ ਨੂੰ ਦਿੱਤਾ ਹੈ ਤੇ ਜਦੋਂ ਤੁਸੀਂ ਸਰਕਾਰ ਚਲਾਉਣੀ ਹੈ ਤੇ ਚੰਗਾ ਕਿਤੋਂ ਵੀ ਕੁਝ ਸਿੱਖਣ ਨੂੰ ਮਿਲਦਾ ਹੋਵੇ ਤੇ ਸਿੱਖਣਾ ਚਾਹੀਦਾ ਹੈ। ਉਹ ਤਾਂ ਫਿਰ ਸਾਡੇ ਆਪ ਦੇ ਲੀਡਰ ਨੇ, ਸਾਡੇ ਆਈਡਲ ਨੇ, ਸਾਡੇ ਕੀ ਲੱਖਾਂ ਪੰਜਾਬੀਆਂ ਦੇ ਦੇਸ਼ ਵਾਸੀਆਂ ਦੇ ਹੀਰੋ ਨੇ। ਉਹਨਾਂ ਨੇ ਇਹੋ ਜਿਹਾ ਮਾਡਲ ਦਿੱਤਾ ਜਿਹੜਾ ਅੱਜ ਤੱਕ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਤੇ ਜੇ ਉਹਨਾਂ ਤੋਂ ਗਾਈਡੈਂਸ ਰਾਏ ਔਰ ਸਲਾਹ ਲਈ ਜਾਂਦੀ ਹੈ ਤੇ ਇਹਦੇ ਵਿੱਚ ਗਲਤ ਕੀ ਹੈ? ਸੋ ਇਸ ਕਰਕੇ ਇਹ ਬੜਾ ਇਰਰੈਲੇਵੈਂਟ ਸਵਾਲ ਹੈ। ਅਮਨ ਜੀ ਇਹਨਾਂ ਦੇ ਨਾਲ ਹੀ ਜੁੜਦੀ ਗੱਲ ਹੈਗੀ ਹੈ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਹੋਇਆ ਉਹ ਵੀ ਕਿਤੇ ਨਾ ਕਿਤੇ ਕੁਝ ਵਜ੍ਹਾ ਰਿਹਾ ਕਿਉਂਕਿ ਸਿਮਰਨਜੀਤ ਸਿੰਘ ਮਾਨ ਦੀ ਇਹ ਗੱਲ ਸੀਗੀ ਕਿ ਉਹ ਪ੍ਰਚਾਰ ਕਰਨਗੇ, ਸੋ ਇੱਕ ਉਹ ਭਾਵਨਾ ਵੀ ਜਿਹੜੀ ਤੁਸੀਂ ਮੰਨਦੇ ਦੇਖੋ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਇਸ ਗੱਲ ਤੇ। ਮੇਰੀ ਆਪਣੀ ਮੈਂ ਜੇ ਤੁਹਾਨੂੰ ਕਹਾਂ ਵੀ ਇਹ ਕੋਈ ਪਾਰਟੀ ਦੀ ਜਾਂ ਸਰਕਾਰ ਦੀ ਰਾਏ ਹੈ ਉਹ ਨਹੀਂ ਹੈਗੀ ਕਿਉਂਕਿ ਉਹਦੇ ਬਾਰੇ ਜੇ ਕੱਲ ਰਿਜ਼ਲਟ ਆਏ ਨੇ ਹਜੇ ਕੋਈ ਡਿਸਕਸ਼ਨ ਨਹੀਂ ਹੋਈ ਹੈਗੀ, ਅੱਜ ਬਜਟ ਸੀਗਾ, ਪਰ ਮੇਰੀ ਨਿੱਜੀ ਤੌਰ ਤੇ ਰਾਏ ਹੈ ਕਿ ਹਾਂ ਉਹਦੇ ਨਾਲ ਵੀ ਬਹੁਤ ਵੱਡਾ ਫਰਕ ਹੈ ਜਿਹੜਾ ਉਹ ਪਿਆ। ਉਹਦੇ ਵਿੱਚ ਦੋ ਚੀਜ਼ਾਂ ਦਾ ਇਫੈਕਟ ਹੈ ਜਿਹੜਾ ਉਹ ਪਿਆ। ਇੱਕ ਤਾਂ ਜਿਹੜਾ ਯੂਥ ਸੀਗਾ, ਯੂਥ ਸਿਮਰਨਜੀਤ ਸਿੰਘ ਮਾਨ ਦੇ ਨਾਲ ਜੁੜ ਗਿਆ ਔਰ ਜਿਹੜੇ ਸ਼ਹਿਰੀ ਅਰਬਨ ਲੋਕ ਸੀਗੇ ਉਹ ਬੀਜੇਪੀ ਵੱਲ ਥੋੜਾ ਜਿਹਾ ਇਸ ਚੀਜ਼ ਦੇ ਨਾਲ ਟੈਂਟ ਹੋਏ ਨੇ ਜਿਹਦੀ ਵਜ੍ਹਾ ਕਰਕੇ ਸਾਨੂੰ ਥੋੜਾ ਨੁਕਸਾਨ ਹੋਇਆ। ਮੇਰੀ ਆਪਣੀ ਇੰਡੀਵਿਜੂਅਲ ਆਬਜ਼ਰਵੇਸ਼ਨ ਹੈ, ਮੈਂ ਗਲਤ ਵੀ ਹੋ ਸਕਦਾ। ਸਿਮਰਨਜੀਤ ਸਿੰਘ ਮਾਨ ਓਪਨ ਪ੍ਰੋਟੈਗਨਿਸਟ ਨੇ ਖਾਲਿਸਤਾਨ ਤੇ ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਸੰਗਰੂਰ ਦੇ ਵਿੱਚ ਜਿਹੜਾ ਇਹਨਾਂ ਦੀ ਜਿੱਤ ਹੋਈ ਹੈ ਉਸ ਦੇ ਵਿੱਚ ਦੇਖੋ ਮੈਂ ਤਾਂ ਖੈਰ ਇਲੈਕਸ਼ਨ ਤੋਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇਹ ਤਾਂ ਲੋਕਾਂ ਨੇ ਦੇਖਣਾ ਹੈ ਕਿ ਉਹਨਾਂ ਨੇ ਕਿਸ ਨੂੰ ਚੂਜ਼ ਕਰਨਾ ਹੈ। ਸਵਾਲ ਇਹ ਨਹੀਂ ਹੈ ਕਿ ਅੱਜ ਕੌਣ ਜਿੱਤਿਆ ਔਰ ਕੌਣ ਹਾਰਿਆ, ਸਵਾਲ ਇਹ ਹੈ ਕਿ ਕਿਸ ਆਈਡੀਓਲੋਜੀ ਨੂੰ ਅਸੀਂ ਨੋ ਡਾਊਟ ਮੈਂ ਫਿਰ ਦੁਬਾਰਾ ਕਹਿਣਾ ਕਿ ਹੱਥ ਜੋੜ ਕੇ ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਲੋਕਾਂ ਦੇ ਹਲਕੇ ਦੇ ਲੋਕਾਂ ਦਾ ਜਿਹੜਾ ਫਤਵਾ ਹੈ ਉਹ ਸਿਰ ਮੱਥੇ ਪ੍ਰਵਾਨ ਹੈ, ਪਰ ਡੈਫੀਨਿਟਲੀ ਇਲੈਕਟੋਰੇਟ ਨੂੰ ਲੋਕ ਜਿਹੜੇ ਸਰਕਾਰਾਂ ਲੀਡਰਾਂ ਨੂੰ ਚੁਣਦੇ ਨੇ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਕਿ ਕਿਸ ਆਈਡੀਓਲੋਜੀ ਨੂੰ ਆਪਾਂ ਪ੍ਰਮੋਟ ਕਰ ਰਹੇ ਹਾਂ। ਸਰ ਸਿਮਰਨਜੀਤ ਸਿੰਘ ਮਾਨ ਫਰੋਮ ਡੇ 1 ਆਪਾਂ ਨੂੰ ਸਾਰਿਆਂ ਨੂੰ ਸਾਰੀ ਦੁਨੀਆ ਨੂੰ ਕਲੀਅਰ ਹੈ, ਪਰ ਚਲੋ ਇਹਦੇ ਚ ਕੀਤਾ ਕੀ ਜਾ ਸਕਦਾ। ਸਾਡੇ ਸੰਗਰੂਰ ਦੇ ਲੋਕ ਨੇ ਜਿਹੜੇ ਉਹ ਇਮੋਸ਼ਨਲ ਲੋਕ ਨੇ, ਕਈ ਵਾਰੀ ਇਮੋਸ਼ਨਸ ਦੇ ਨਾਲ ਫੈਸਲੇ ਜਿਹੜਾ ਉਹ ਕਰ ਜਾਂਦੇ ਨੇ, ਪਰ ਮੈਂ ਸਮਝਦਾ ਕਿ ਇਹਦਾ ਹਰੇਕ ਉਹਨਾਂ ਦੇ ਜੋ ਫੈਸਲਾ ਕੀਤਾ ਸਾਨੂੰ ਤਾਂ ਅਮਨ ਜੀ ਸਰਕਾਰ ਬਣਨ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਕਈ ਚੈਨਲ ਨੂੰ ਇੰਟਰਵਿਊ ਦਿੰਦੇ ਨੇ, ਉਹਦੇ ਵਿੱਚ ਕਹਿੰਦੇ ਨੇ ਕਿ ਕੁਝ ਆંકੜਿਆਂ ਦਾ ਜ਼ਿਕਰ ਕਰਦੇ ਨੇ ਕਿ ਮੈਂ ਇੱਥੋਂ ਪੈਸੇ ਕੱਢੂੰਗਾ, ਮੈਂ ਇੱਥੋਂ ਪੈਸੇ ਕੱਢੂੰਗਾ ਔਰ 1000 ਰੁਪਏ ਮਹਿਲਾਵਾਂ ਨੂੰ ਦਊਂਗਾ, ਘਰ ਜਿਹੜਾ ਰਾਸ਼ਨ ਪਹੁੰਚਾਊਂਗਾ ਐਂਡ ਜਿਹੜੀ ਵੀ ਗਾਰੰਟੀ ਸੀਗੀਆਂ ਉਹ ਸਾਰੀ ਸ਼ੋ ਕਰ ਰਹੀ ਸੀ। ਉਹ ਆંકੜਾ ਕਿੱਥੇ ਕੰਮ ਆਇਆ ਆਪਣੇ? ਕਿਉਂਕਿ ਇਸ ਬਜਟ ਦੇ ਵਿੱਚ ਕੋਈ ਆંકੜਾ ਤੁਹਾਡੇ ਕੰਮ ਆਇਆ? ਕਿਉਂਕਿ ਤੁਸੀਂ ਕਹਿ ਰਹੇ ਹੋ ਕਿ 1000 ਰੁਪਏ ਦੀ ਗਾਰੰਟੀ ਅਗਲੇ ਸਾਲ ਤੱਕ ਗੱਲ ਚਲੇਗੀ, ਇਹ ਬਜਟ ਤੇ ਅਗਲੇ ਸਾਲ ਨਹੀਂ ਗਿਆ। ਸੁਣੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਚੀਜ਼ ਤੁਸੀਂ ਬਜਟ ਦੇ ਉੱਪਰ ਹੀ ਕਰਦੇ ਹੋ। ਤੁਸੀਂ ਜੇ ਗਵਰਨਮੈਂਟ ਫੈਸਲਾ ਕਰ ਲੇ ਤਾਂ ਮਿਡ ਟਰਮ ਵੀ ਕੀਤਾ ਜਾ ਸਕਦਾ। ਨੰਬਰ 1 ਮੈਂ ਤੁਹਾਨੂੰ ਸਾਰੀਆਂ ਫਿਗਰਸ ਨੇ ਜਿਹੜੀਆਂ ਉਹ ਦਿੱਤੀਆਂ ਨੇ ਕਿ ਪੰਜਾਬ ਦੇ ਇਸ ਸਮੇਂ ਵਿੱਤੀ ਹਾਲਾਤ ਕੀ ਨੇ, ਕਰਜ਼ੇ ਦੀ ਫੰਡ ਕਿੰਨੀ ਹੈ, ਕਿੰਨਾ ਰੈਵਨਿਊ ਆ ਰਿਹਾ ਹੈ ਤੇ ਕਿੰਨਾ ਖਰਚਾ ਜਾ ਰਿਹਾ ਹੈ। ਉਹਨਾਂ ਹਾਲਾਤਾਂ ਦੇ ਵਿੱਚ ਭਾਈ ਸਾਹਿਬ ਜੇ ਅਸੀਂ 300 ਯੂਨਿਟ ਬਿਜਲੀ ਹਰ ਘਰ ਨੂੰ ਜਿਹਦੇ ਨਾਲ 80% ਲੋਕ ਸਿੱਧਾ ਬੈਨੀਫਿਟ ਹੋ ਰਹੇ ਨੇ, ਨੰਬਰ 1 ਔਰ ਉਸ ਤੋਂ ਬਾਅਦ ਰਾਸ਼ਨ ਦੀ ਆਟੇ ਦੀ ਹੋਮ ਡਿਲੀਵਰੀ ਅਸੀਂ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਤੇ ਮੈਂ ਸਮਝਦਾ ਕਿ ਇਹ ਵੀ ਕੋਈ ਛੋਟੀ ਅਚੀਵਮੈਂਟ ਨਹੀਂ ਹੈ। ਜਿਹੜੀ ਗੱਲ ਤੁਸੀਂ ਕਹੀ ਹੈ 1000 ਰੁਪਏ ਵਾਲੀ, ਅਸੀਂ ਕਮਿਟਡ ਕੱਲ ਵੀ ਸੀ, ਅੱਜ ਵੀ ਹਾਂ ਤੇ ਕੱਲ ਨੂੰ ਵੀ ਹੋਵਾਂਗੇ। ਕੋਈ ਦੇਰ ਸਵੇਰ ਜ਼ਰੂਰ ਥੋੜੀ ਜ਼ਰੂਰ ਹੋ ਸਕਦੀ ਹੈ, ਪਰ ਅਸੀਂ ਆਪਣੇ ਵਾਅਦੇ ਨੂੰ 100% ਆਉਣ ਵਾਲੇ ਸਮੇਂ ਵਿੱਚ ਪੂਰਾ ਕਰਾਂਗੇ। ਪਰ ਧੂਲ ਚੁੱਕਣ ਦੀ ਗੱਲ ਕੀਤੀ ਜਾ ਰਹੀ ਹੈ, ਇਹਦੇ ਵਿੱਚ ਕਿਹਾ ਜਾ ਰਿਹਾ ਕਿ ਵਿਰੋਧੀਆਂ ਦੇ ਵੱਲੋਂ ਧੂਲ ਚੁੱਕੀ ਗਈ ਹੈ, ਭਾਵੇਂ ਉਹ 300 ਯੂਨਿਟ ਦੇਣ ਦੀ ਗੱਲ ਕੀਤੀ ਜਾਵੇ, ਕਿਉਂਕਿ 300 ਯੂਨਿਟ ਤੇ ਬਿਜਲੀ ਮੰਤਰੀ ਦਾ ਜਦੋਂ ਬਿਆਨ ਸਾਹਮਣੇ ਆਉਂਦਾ ਤਾਂ ਕਿਲੋਵਾਟ ਜਿਹੜੇ ਨੇ ਉਹਨਾਂ ਦੇ ਵੱਲੋਂ ਦੱਸੇ ਜਾਂਦੇ ਨੇ। ਇਸ ਤਰੀਕੇ ਦੇ ਨਾਲ ਧੂੜ ਚੁੱਕਣ ਵਾਲੀ ਤਾਂ ਗੱਲਾਂ ਇਹ ਕਿਸੇ ਪੰਜਾਬੀ ਨੇ ਤਾਂ ਨਹੀਂ ਕਿਹਾ ਉਹਨੇ, ਜਿਹੜੇ ਲੀਡਰ ਨੇ ਜਿਨ੍ਹਾਂ ਦੀ ਦੁਕਾਨਦਾਰੀ ਬੰਦ ਕਰਤੀ
ਉਹ ਜ਼ਰੂਰ ਕਹਿੰਦੇ ਹੋਣਗੇ, ਸੋ ਉਹਨਾਂ ਨੂੰ ਮੈਂ ਪਰ ਸਮਝ ਅਮਨ ਨਹੀਂ ਜੀ ਇਹ ਪੁਆਇੰਟ ਜ਼ਰੂਰ ਹੈਗਾ ਜਿਹੜੀ ਹੁਣ ਕੇਵੀ ਵਾਲੀ ਆ ਗਈ ਨਾ ਗੱਲ ਵਿੱਚ, ਕਿਉਂਕਿ ਜਿਸ ਟਾਈਮ ਦੇ ਵਿੱਚ ਇਲੈਕਸ਼ਨ ਦੇ ਵਿੱਚ ਗੱਲ ਕੀਤੀ ਗਈ ਸੀ ਉਦੋਂ ਕੀਤੀ ਗਈ ਸੀ ਵੀ ਸਾਰਿਆਂ ਦੇ ਲਈ 300 ਯੂਨਿਟ ਦਿੱਤੀ ਜਾਊਗੀ। ਸਰ ਪਲੀਜ਼ ਟਰਾਈ ਟੂ ਅੰਡਰਸਟੈਂਡ, ਇਹਦੇ ਨਾਲ ਵੀ 80% ਲੋਕਾਂ ਨੂੰ ਬੈਨੀਫਿਟ ਹੋ ਰਿਹਾ ਹੈ। 1% ਕਿਲੋਵਾਟ ਇੱਕ ਹੈ ਜਾਂ ਦੋ ਹੈ, ਜਦੋਂ ਮੈਂ ਤੁਹਾਨੂੰ ਕਹਿ ਰਿਹਾ ਵੀ 1% ਦੇ ਨਾਲ ਵੀ 80% ਲੋਕਾਂ ਨੂੰ ਫਾਇਦਾ ਹੋ ਰਿਹਾ ਹੈ। ਤੁਸੀਂ ਜਿਹੜੇ ਲੋਐਸਟ ਸਟ੍ਰੈਟਾ ਆਫ ਸੋਸਾਇਟੀ ਹੈਗੇ, ਤੁਸੀਂ ਉਹਨਾਂ ਨੂੰ ਬੈਨੀਫਿਟ ਦਿੰਦੇ ਹੁੰਦੇ ਹੋ ਜੀ। ਆਪਣਾ ਗੁਰੂ ਗ੍ਰੰਥ ਸਾਹਿਬ ਲਿਖਿਆ ਹੈ ਕਿ ਗੁਰੂ ਕੀ ਗੋਲਕ ਗਰੀਬ ਕਾ ਮੂੰਹ। ਸਭ ਤੋਂ ਪਹਿਲਾ ਐਡਵਾਂਟੇਜ ਹੈ ਜਿਹੜਾ ਤੁਸੀਂ ਉਹ ਸਭ ਤੋਂ ਜਿਹੜਾ ਲੋਐਸਟ ਸਟ੍ਰੈਟਾ ਆਫ ਸੋਸਾਇਟੀ ਹੈਗਾ, ਸਭ ਤੋਂ ਜਿਹੜਾ ਦੱਬਿਆ ਕੁਚਲਿਆ, ਜਿਹੜਾ ਲਾਈਨ ਦੇ ਅਖੀਰ ਦੇ ਵਿੱਚ ਬੰਦਾ ਖੜਾ ਹੈ, ਤੁਸੀਂ ਪਹਿਲਾਂ ਉਸੇ ਨੂੰ ਐਡਵਾਂਟੇਜ ਦੋਗੇ ਨਾ ਜੀ। ਫਿਰ ਜਿਵੇਂ ਜਿਵੇਂ ਤੁਹਾਡੀ ਫਿਜ਼ੀਕਲ ਹੈਲਥ ਇੰਪਰੂਵ ਹੁੰਦੀ ਜਾਏਗੀ, ਅਸੀਂ ਕਿਹੜਾ ਨਾ ਘਰਾਂ ਨੂੰ ਪੈਸਾ ਲੈ ਕੇ ਜਾਣਾ ਤੇ ਨਾ ਕਿਸੇ ਨੂੰ ਲਿਜਾਣ ਦੇਣਾ, ਇਸ ਤਾਂ ਲੋਕਾਂ ਦੀ ਜੇਬਾਂ 'ਚ ਹੀ ਪਾਉਣਾ। ਸੋ ਬਹੁਤ ਬਹੁਤ